ਤੁਹਾਡੀ ਪ੍ਰੋਜੈਕਸ਼ਨ ਕੀ ਹੈ, ਤੁਹਾਡੀ ਪਰਸੈਪਸ਼ਨ ਕੀ ਹੈ ਤੇ ਡਾਟਾ ਕੀ ਕਹਿੰਦਾ ਹੈ। ਯਾਨੀ ਗਰਾਊਂਡ ਲੈਵਲ ਦੇ ਉੱਤੇ ਕੰਬੀਨੇਸ਼ਨ ਕੀ ਨੇ, ਕਾਸਟ ਕੰਬੀਨੇਸ਼ਨ ਕੀ ਨੇ, ਰਿਲੀਜੀਅਸ ਕੰਬੀਨੇਸ਼ਨ ਕੀ ਹੈ, ਸੋਸ਼ਲ ਕੰਬੀਨੇਸ਼ਨ ਕੀ ਹੈ, ਇਕਨੋਮਿਕ ਕੰਬੀਨੇਸ਼ਨ ਕੀ ਹੈ। ਕਾਂਗਰਸ ਇਸ ਟਾਈਮ ਸਿਆਸੀ ਹਵਾ 'ਚ ਲਟਕੀ ਹੋਈ ਪਾਰਟੀ ਹੈ। ਕੀ ਕੋਈ ਦਿੱਲੀ ਤੋਂ ਅਜਿਹਾ ਲੀਡਰ ਆਏਗਾ ਜਿਹੜਾ ਸਾਰਿਆਂ 'ਚ ਤਾਲਮੇਲ ਬਿਠਾਏਗਾ, ਜਿਵੇਂ ਅੰਬਿਕਾ ਸੋਨੀ ਦਾ ਨਾਂ ਚੱਲ ਰਿਹਾ ਹੈਗਾ, ਕਿ ਇਸ ਤਰ੍ਹਾਂ ਦਾ ਤਾਲਮੇਲ ਬੈਠ ਜਾਏਗਾ। ਤਾਲਮੇਲ ਬਿਠਾਉਣ ਲਈ ਕਿਹਾ ਜਾ ਰਿਹਾ ਇੱਕ ਵੱਡਾ ਲੀਡਰ ਆਏਗਾ ਜਿਹੜਾ ਸਾਰਿਆਂ 'ਚ ਇੱਕ ਤਾਲਮੇਲ ਪੈਦਾ ਕਰੇ। ਅੱਗੇ ਕੀ ਹੋਏਗਾ ਕਿ ਅੱਗੇ ਕਾਂਗਰਸ ਕੋਈ ਚੇਂਜ ਹੋਣਗੀਆਂ, ਕਿ ਕੋਈ ਦਿੱਲੀ ਤੋਂ ਅਜਿਹਾ ਲਿਆਂਦਾ ਜਾਏਗਾ ਜਿਹੜਾ ਤਾਲਮੇਲ ਬਿਠਾ ਦੇਗਾ। ਅਕਾਲੀ ਦਲ ਦੀ ਸਭ ਤੋਂ ਵੱਡੀ ਬੈਟਲ ਪਰਸੈਪਸ਼ਨ ਦੀ ਬੈਟਲ ਹੈ। ਸਭ ਤੋਂ ਜ਼ਿਆਦਾ ਅਕਾਲੀ ਦਲ ਨੇ ਕੰਮ ਪਰਸੈਪਸ਼ਨ ਤੇ ਕੀਤਾ ਕਿ ਸਾਡੀ ਪਰਸੈਪਸ਼ਨ ਕਿਵੇਂ ਬਦਲੇ, ਕਿ ਪੰਥਕ ਪੋਲਿਟਿਕਸ ਦੇ ਅੰਦਰ ਅਕਾਲੀ ਦਲ ਲਗਾਤਾਰ ਤੁਸੀਂ ਦੇਖੋ ਪੰਥਕ ਕੰਸੋਲੀਡੇਸ਼ਨ ਅਕਾਲੀ ਦਲ ਕਰ ਰਿਹਾ, ਸਿੱਖਾਂ ਦਾ ਕੰਸੋਲੀਡੇਸ਼ਨ ਕਰ ਰਿਹਾ, ਕਿਉਂਕਿ ਡੇਰੇ ਵਾਲੇ ਮਸਲੇ ਦੇ ਉੱਤੇ ਸਾਰੀਆਂ ਹੀ ਪਾਰਟੀਆਂ ਹੁਣ ਉਸ ਤਰੀਕੇ ਨਾਲ ਨਹੀਂ ਚੱਲ ਰਹੀਆਂ। ਸੀਟਾਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ 'ਚ ਵਿਰੋਧ ਆ ਕਿ ਅਕਾਲੀ ਦਲ ਦੇ ਨਾਲ ਜਿਹੜੀਆਂ ਸਾਨੂੰ ਸੀਟਾਂ ਮਿਲੀਆਂ ਉਹ ਸੀਟਾਂ ਠੀਕ ਨਹੀਂ ਮਿਲੀਆਂ। ਅਲਾਈਅੰਸ ਦਾ ਵਿਰੋਧ ਨਹੀਂ ਆ, ਗੱਠਜੋੜ ਦੀ ਆਪਸ਼ਨ ਉਹਨਾਂ ਨੂੰ ਠੀਕ ਲੱਗਦੀ ਆ, ਪਰ ਸੀਟਾਂ ਵਾਲੀ ਆਪਸ਼ਨ ਦੇ ਅੰਦਰ ਉਹ ਲੜਾਈ ਲੜ ਰਹੇ ਨੇ। ਉਹਦੇ 'ਚ ਬਹੁਜਨ ਸਮਾਜ ਪਾਰਟੀ ਵੀ ਘਿਰੀ ਹੋਈ, ਆਈਡੀਆ ਕਰਕੇ ਸਪੋਰਟ ਕੀਤਾ, ਪਰ ਆਮ ਆਦਮੀ ਪਾਰਟੀ ਦਾ ਉਹ ਆਈਡੀਆ ਕਿਤੇ ਨਾ ਕਿਤੇ ਮਿਸਿੰਗ ਵੀ ਨਜ਼ਰ ਆਉਂਦਾ। ਇਹਨੇ ਕਿਉਂਕਿ ਫੁੱਲੀ ਉਹਨਾਂ ਨੇ ਕੋਈ ਤਲਾਂਜਲੀ ਦਿੱਤੀ ਆਈਡੀਆ ਨੂੰ, ਪਰ ਜੋ ਆਈਡੀਆ ਦੀ ਪੋਲਿਟਿਕਸ ਸੀ, ਆਮ ਆਦਮੀ ਪਾਰਟੀ ਦੂਜਿਆਂ ਤੋਂ ਵੱਖਰੀ ਸੀ। ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਚਾਹੁੰਦੇ ਸੀ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਤੋਂ ਇਹਦੀ ਰਾਜਨੀਤੀ ਵੱਖਰੀ ਹੈ। ਜਦੋਂ ਤੱਕ ਆਪ ਵਰਗੀ ਰਾਜਨੀਤੀ ਨਹੀਂ ਕਰੇਗੀ, ਆਪ ਨੂੰ ਰਿਸਪੌਂਡ ਆਪ ਕਰਕੇ ਕੀਤਾ ਗਿਆ ਤੇ ਆਪ ਹੁਣ ਉਹ ਆਪ ਹੈ ਜਾਂ ਨਹੀਂ ਹੈ ਇਹ ਆਪ ਸੋਚੇ। ਆਪ ਬੜਾ ਡਰ ਰਹੀ ਹੈ ਕਿ ਜੀ ਪਿਛਲੀ ਵਾਰ ਹਾਰਡਲਾਈਨਰ ਆ ਗਏ ਸਾਡੇ ਕੋਲੇ, ਹਿੰਦੂ ਸਾਡੇ ਤੋਂ ਦੂਰ ਹੋ ਗਿਆ। ਕੀ ਆਪ ਨੂੰ ਸਿੱਖ ਪੂਰਾ ਪਿਆ ਪੋਲਰਾਈਜ਼ ਹੋ ਕੇ? ਨਹੀਂ ਪਿਆ। ਕੀ ਕਦੇ ਹਿੰਦੂ ਪੂਰਾ ਪੋਲਰਾਈਜ਼ ਹੋ ਕੇ ਇੱਕੋ ਨੂੰ ਪੈ ਜਾਂਦਾ? ਇਹ ਵੀ ਜਿਹੜੀ ਆਪ ਦੀ ਪਰਸੈਪਸ਼ਨ ਆ ਨਾ ਕਿ ਸ਼ਾਇਦ ਇਸ ਤਰ੍ਹਾਂ ਹੋ ਜਾਏਗਾ ਤਾਂ ਇਸ ਤਰ੍ਹਾਂ। ਸਿੱਖਾਂ ਦੇ ਅੰਦਰ ਵੀ ਵੱਖ-ਵੱਖ ਤਰ੍ਹਾਂ ਦੀ ਰਾਜਨੀਤੀ ਹੈ। ਤਾਂ ਉਹਦੇ 'ਚ ਇਹ ਨਹੀਂ ਹੈਗਾ ਕਿ ਸਾਰੇ ਸਿੱਖ ਇੱਕ ਥਾਂ ਦੇ ਉੱਤੇ ਪੋਲਰਾਈਜ਼ ਹੋ ਜਾਣਗੇ, ਜਾਂ ਸਾਰੇ ਹਿੰਦੂ ਇੱਕ ਥਾਂ ਤੇ, ਜਾਂ ਸਾਰੇ ਦਲਿਤ ਇੱਕ ਥਾਂ ਤੇ ਪੋਲਰਾਈਜ਼ ਹੋ ਜਾਣਗੇ। ਕਿ ਸਾਰੇ ਸਿੱਖ ਟਕਸਾਲ ਦੇ ਨਾਲ ਨੇ, ਕਿ ਸਾਰੇ ਸਿੱਖ ਕਿਸੇ ਇੱਕ ਸੰਪਰਦਾ ਦੇ ਨਾਲ ਨੇ, ਇਸੇ ਤਰ੍ਹਾਂ ਕਿ ਸਾਰੇ ਹਿੰਦੂ ਆਰਐਸਐਸ ਦੇ ਨਾਲ ਨੇ, ਨਹੀਂ ਆ ਨਾ ਕਿ ਸਾਰੇ ਮੁਸਲਮਾਨ ਮੁਸਲਿਮ ਲੀਗ ਦੇ ਨਾਲ ਸੀ। ਜਿਵੇਂ ਚੜੂਨੀ ਕਾਫੀ ਸਰਗਰਮ ਨਜ਼ਰ ਆ ਰਹੇ, ਸਭ ਤੋਂ ਜ਼ਿਆਦਾ ਚੜੂਨੀ ਸਰਗਰਮ ਨੇ, ਤੇ ਚੜੂਨੀ ਪੰਜਾਬ 'ਚ ਰਾਜਨੀਤੀ ਕਿਉਂ ਨਹੀਂ ਕਰ ਸਕਦੇ? ਹੋ ਸਕਦਾ ਕਰ ਲੈਣ, ਹੋ ਸਕਦਾ ਚੜੂਨੀ ਹੀ ਚਿਹਰਾ ਹੋਣ ਕਿਸੇ ਨਵੀਂ ਪਾਰਟੀ ਦਾ। ਜੇ ਚੜੂਨੀ ਕਿਸੇ ਪਾਰਟੀ ਦਾ ਚਿਹਰਾ ਬਣਦੇ ਆ, ਉਹ ਜਾਂਦੇ ਆ 10 ਸੀਟਾਂ 20 ਸੀਟਾਂ 30 ਸੀਟਾਂ ਤੇ ਵੀ ਪ੍ਰਭਾਵ ਆਪਣਾ ਬਿਲਡ ਕਰ ਲੈਂਦੇ ਆ, ਤਾਂ ਰਾਜਨੀਤੀ ਕਿਸੇ ਹੋਰ ਪਾਸੇ ਨੂੰ ਜਾ ਸਕਦੀ। ਪੰਜਾਬ ਦੀ ਤੁਸੀਂ ਪੋਲੀਟੀਕਲ ਹਿਸਟਰੀ ਕੱਢ ਕੇ ਦੇਖੋ, ਪੰਜਾਬ 'ਚ ਬਦਲਵੀਂ ਰਾਜਨੀਤੀ ਦਾ ਹਮੇਸ਼ਾ ਸਪੇਸ ਰਿਹਾ। ਪੰਜਾਬੀ ਤੀਜੇ ਬਦਲ ਨੂੰ, ਚੌਥੇ ਬਦਲ ਨੂੰ ਹਮੇਸ਼ਾ ਲੱਭਦੇ ਰਹੇ, ਨਵਿਆਂ ਨੂੰ ਹਮੇਸ਼ਾ ਨਵੀਆਂ ਚੀਜ਼ਾਂ ਨੂੰ ਪੰਜਾਬੀਆਂ ਦਾ ਸੁਭਾਅ ਟਿਕਾ ਕੇ ਰਿਸਪੌਂਡ ਕਰਦੇ ਨੇ, ਕੋਈ ਵੀ ਨਵੀਂ ਚੀਜ਼ ਹੋਵੇ। ਕੌਣ ਜਿੱਤੇਗਾ 2022 ਦੀਆਂ ਚੋਣਾਂ, ਕੀ ਕਹਿੰਦੀ ਹੈ ਤਾਜ਼ਾ ਸਿਆਸੀ ਤਸਵੀਰ ਤੇ ਕਿੱਧਰ ਨੂੰ ਜਾਏਗੀ ਪੰਜਾਬ ਦੀ ਸਿਆਸਤ, ਇਸੇ ਹੀ ਗੱਲ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਦੇ ਵਿੱਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, 2022 ਦੀ ਸਿਆਸਤ ਕਿਸ ਰਾਹ ਤੇ ਜਾ ਰਹੀ ਹੈ? ਜੇ ਆਪਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, ਕਿੱਧਰ ਨੂੰ ਜਾ ਰਹੀ ਹੈ ਸਿਆਸਤ? ਦੇਖੋ, 3 ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ ਰਾਜਨੀਤੀ 'ਚ। ਇਹ ਤੋਂ ਪਹਿਲਾਂ ਗੱਲ ਕਰਨ ਦੇ ਲਈ 3 ਚੀਜ਼ਾਂ ਤੇ ਗੱਲ ਕਰਨੀ ਬੜੀ ਅਹਿਮ ਹੈ। ਤੁਹਾਡੀ ਪ੍ਰੋਜੈਕਸ਼ਨ ਕੀ ਹੈ, ਤੁਹਾਡੀ ਪਰਸੈਪਸ਼ਨ ਕੀ ਹੈ ਤੇ ਡਾਟਾ ਕੀ ਕਹਿੰਦਾ ਹੈ। ਯਾਨੀ ਗਰਾਊਂਡ ਲੈਵਲ ਦੇ ਉੱਤੇ ਕੰਬੀਨੇਸ਼ਨ ਕੀ ਨੇ, ਕਾਸਟ ਕੰਬੀਨੇਸ਼ਨ ਕੀ ਨੇ, ਰਿਲੀਜੀਅਸ ਕੰਬੀਨੇਸ਼ਨ ਕੀ ਹੈ, ਸੋਸ਼ਲ ਕੰਬੀਨੇਸ਼ਨ ਕੀ ਹੈ, ਇਕਨੋਮਿਕ ਕੰਬੀਨੇਸ਼ਨ ਕੀ ਹੈ। ਇਹ ਚੀਜ਼ਾਂ ਮੈਟਰ ਕਰਦੀਆਂ। ਤਾਂ 3 ਚੀਜ਼ਾਂ ਇਹ ਮੈਟਰ ਕਰਦੀਆਂ ਨੇ। ਜੇ ਆਪਾਂ ਸਭ ਤੋਂ ਪਹਿਲਾਂ ਡਾਟੇ 'ਚ ਜਾਈਏ, ਕਿਉਂਕਿ ਗੱਲ ਕਰਨੀ ਪਏਗੀ ਇਤਿਹਾਸ ਦੀ। 2017 ਦੇ ਅੰਦਰ ਕਾਂਗਰਸ ਪਾਰਟੀ ਨੂੰ 38.64% ਵੋਟਾਂ ਪੈਂਦੀਆਂ ਨੇ। ਵੋਟ ਸ਼ੇਅਰ ਆ ਜਿਹੜਾ 38.64% ਕਾਂਗਰਸ ਪਾਰਟੀ ਕੋਲੇ ਆਉਂਦਾ। ਆਮ ਆਦਮੀ ਪਾਰਟੀ ਕੋਲੇ 23.80% ਆਉਂਦਾ, ਜਿਹੜੀ 0 ਤੇ ਸੀ ਪਰ 23 ਪੁਆਇੰਟ ਤੋਂ ਵੱਧ ਗਈ ਸੀ। ਅਕਾਲੀ ਦਲ ਕੋਲੇ ਇਹ 25.2% ਹੈ 2017 'ਚ। ਬੀਜੇਪੀ ਕੋਲੇ 5.4% ਹੈ, ਜਿਹਦਾ ਅਲਾਇੰਸ ਸੀਗਾ ਅਕਾਲੀ ਦਲ ਦੇ ਨਾਲ। ਇਸੇ ਤਰ੍ਹਾਂ ਜੇ ਗੱਲ ਹੁਣ ਆਪਾਂ 2019, ਕਿਉਂਕਿ ਉਦੋਂ ਬਾਅਦ ਕਿਹੜੀਆਂ ਚੋਣਾਂ ਹੋਈਆਂ? ਉਦੋਂ ਬਾਅਦ ਚੋਣਾਂ ਹੋਈਆਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ। ਜਿਹੜੀਆਂ ਲੋਕਲ ਚੋਣਾਂ ਹੁੰਦੀਆਂ ਉਹਨਾਂ 'ਚ ਆਮ ਹੀ ਕਿਹਾ ਜਾਂਦਾ ਕਿ ਜਿਹਦੀ ਸਰਕਾਰ ਹੁੰਦੀ ਹੈ ਉਹ ਧੱਕਾ ਕਰ ਜਾਂਦਾ, ਉਹ ਵੋਟ ਸ਼ੇਅਰ ਆਪਣੇ ਮੁਤਾਬਕ ਲੈ ਜਾਂਦਾ। ਪਰ ਇਹ 2 ਚੋਣਾਂ ਨੂੰ ਇੱਕ ਸਟੈਂਡਰਡ ਮੰਨਿਆ ਜਾਂਦਾ ਜਦੋਂ ਅਗਲਾ ਕੋਈ ਗੱਲ ਕਰਨੀ ਹੋਵੇ। ਐਨਾਲਿਸਿਸ ਇੱਥੇ ਹੁੰਦਾ, ਹਾਲਾਂਕਿ ਜਦੋਂ ਬਿਯੋਂਡ ਵੀ ਚੀਜ਼ਾਂ ਹੋ ਜਾਂਦੀਆਂ ਨੇ। ਉਦੋਂ ਹੁੰਦੀਆਂ ਜਦੋਂ ਕੋਈ ਮੂਵਮੈਂਟ ਹੋਵੇ, ਜਦੋਂ ਕੋਈ ਸਮਾਜਿਕ ਲਹਿਰ ਹੋਵੇ, ਜਦੋਂ ਲੋਕਾਂ ਨੂੰ ਐਂ ਲੱਗਦਾ ਹੋਵੇ ਪਤਾ ਨਹੀਂ ਕੋਈ ਨਵਾਂ ਬਦਲ ਖੜਾ ਹੋ ਗਿਆ, ਜਿਵੇਂ ਆਪ ਵਾਰੀ ਹੋਇਆ। ਆਮ ਤੌਰ 'ਤੇ ਰਾਜਨੀਤੀ ਟ੍ਰੈਡੀਸ਼ਨਲ ਵੇ ਦੇ ਨਾਲ ਹੀ ਚੱਲਦੀ ਹੈਗੀ। ਤਾਂ 2019 'ਚ ਜਿਹੜਾ ਅਕਾਲੀ ਦਲ ਕੋਲੇ ਜੇ ਆਪਾਂ ਗੱਲ ਕਰੀਏ
27.76%। ਵਾਧਾ ਗਾ 2017 ਨਾਲੋਂ ਇਹਨਾਂ ਦਾ ਵੋਟ ਸ਼ੇਅਰ ਵਾਧਾ ਹੈ। ਆਪ ਨੂੰ ਬਹੁਤ ਵੱਡਾ ਘਾਟਾ ਪੈਂਦਾ 2019 'ਚ। ਆਮ ਆਦਮੀ ਪਾਰਟੀ 7.38%। ਬਹੁਤ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਦਾ 2019 ਦੀਆਂ ਚੋਣਾਂ 'ਚ ਹੁੰਦਾ। ਕਾਂਗਰਸ ਪਾਰਟੀ ਅਪ ਹੁੰਦੀ ਹੈ, 40% ਵੋਟ ਸ਼ੇਅਰ ਆ ਜਿਹੜਾ ਉਹ ਕਾਂਗਰਸ ਪਾਰਟੀ ਲੈ ਕੇ ਜਾਂਦੀ ਹੈ। ਬੀਜੇਪੀ ਦਾ ਵੀ ਫਾਇਦਾ ਹੁੰਦਾ। 2019 'ਚ ਮੋਦੀ ਵੇਵ ਸੀ, ਮੋਦੀ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਹੁੰਦਾ। ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਨੂੰ ਸ਼ਹਿਰਾਂ 'ਚੋਂ ਵੋਟ ਵਧਿਆ ਜਿਹੜਾ ਮੋਦੀ ਦੇ ਨਾਂ ਦੇ ਉੱਤੇ ਵਧਿਆ। ਤਾਂ ਬੀਜੇਪੀ ਕੋਲੇ 9.63% ਵੋਟ ਸ਼ੇਅਰ ਆਉਂਦਾ। ਬੀਐਸਪੀ ਦੇ ਕੋਲ 3.52% ਹੈ। ਬਹੁਜਨ ਸਮਾਜ ਪਾਰਟੀ ਕਿਉਂਕਿ ਹੁਣ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦਾ ਅਲਾਇੰਸ ਹੈ। ਤਾਂ ਇਹ ਤਸਵੀਰ ਤੋਂ ਜੇ ਅਗਲੀ ਤਸਵੀਰ ਸਮਝਣੀ ਹੋਵੇ ਤਾਂ ਉਹਦੀ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ ਕਰਦੇ ਹਾਂ। ਪਰ ਇਹ ਜਿਹੜੀ ਤਸਵੀਰ ਆ ਜਿਹੜੀ ਇਤਿਹਾਸ 'ਚ ਪਈ ਆ, ਵਕਤੀ ਇਤਿਹਾਸ ਕਹਿ ਦਈਏ ਜੀ ਇਹਨੂੰ, ਤਾਂ ਵਕਤੀ ਇਤਿਹਾਸ 'ਚ ਪਈ ਇਹਦਾ ਅਸਰ ਹੋਏਗਾ। 2019 'ਚ ਅਕਾਲੀ ਦਲ ਦੇ ਕੋਲੇ ਕਿਉਂਕਿ ਕੈਡਰ ਹੈ, ਉਹ ਕੇਡਰ ਬੇਸਡ ਪਾਰਟੀ ਆ। ਆਮ ਆਦਮੀ ਪਾਰਟੀ ਹਾਰੀ, ਨਿਰਾਸ਼ ਹੋ ਕੇ ਲੋਕ ਚਲੇ ਗਏ, ਜਿਨ੍ਹਾਂ ਦੀ ਹੁਣ ਵਾਪਸੀ ਵੀ ਹੋਈ ਹੋਊਗੀ, ਬਹੁਤਿਆਂ ਦੀ ਨਹੀਂ ਹੋਈ, ਕੁਝ ਦੀ ਹੋਈ ਹੈਗੀ। ਉਦੋਂ ਅਕਾਲੀ ਦਲ ਦੇ ਕੋਲ ਕਿਉਂਕਿ ਕੈਡਰ ਸੀ, ਕੈਡਰ ਜਿਹੜੀ ਬੇਸਡ ਵੋਟ ਹੁੰਦੀ ਹੈ ਉਹ ਪੈਂਦੀ ਹੈ। ਚਾਹੇ ਕਾਂਗਰਸ ਪਾਰਟੀ ਵੀ ਕੈਡਰ ਬੇਸਡ ਪਾਰਟੀ ਕਹੀ ਜਾਂਦੀ ਹੈ। ਆਮ ਆਦਮੀ ਪਾਰਟੀ ਕੈਡਰ ਬੇਸ ਉਦੋਂ ਨਹੀਂ ਸੀ। ਹੁਣ ਆਮ ਆਦਮੀ ਪਾਰਟੀ ਨੇ ਵੀ ਜ਼ੋਰ ਲਾਇਆ ਹੈਗਾ ਕਿ ਕਿਵੇਂ ਅਸੀਂ ਕੈਡਰ ਬੇਸ ਬਣੀਏ। ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਕਾਂਗਰਸ ਇਸ ਟਾਈਮ ਪ੍ਰੋਜੈਕਸ਼ਨ ਕੀ ਕਰ ਰਹੀ ਹੈ? ਸਿੱਧੂ ਨੂੰ ਪ੍ਰੋਜੈਕਟ ਕਰਨ ਦੇ ਨਾਲ ਕਾਂਗਰਸ ਦੇ ਨਾਲ ਯੂਥ ਆ ਜਿਹੜਾ ਕਾਂਗਰਸ ਦਾ, ਜਾਂ ਕਾਂਗਰਸ ਤੋਂ ਜਿਹੜਾ ਏਲੀਨੇਟ ਹੋਇਆ, ਕਾਂਗਰਸ ਦਾ ਹੀ ਵਰਕਰ ਸੀ, ਉਹ ਨੇੜੇ ਲੱਗਿਆ ਕਾਂਗਰਸ ਪਾਰਟੀ ਦੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਦੂਜੇ ਪਾਸੇ ਜੇ ਦੇਖੋਗੇ, ਨਿਤ ਦਿਨ ਜਿਹੜਾ ਕਾਂਗਰਸ ਦਾ ਕਲੇਸ਼ ਹੈ, ਅੱਜ ਹੀ ਰੰਧਾਵਾ ਨੇ ਅਟੈਕ ਕੀਤਾ। ਰੰਧਾਵਾ ਨੇ ਚਿੱਠੀ ਵੀ ਲਿਖੀ ਹੈ, ਬਰਗਾੜੀ ਵਾਲੇ ਮਸਲੇ 'ਤੇ ਵੀ, ਸੈਣੀ ਵਾਲੇ ਮਸਲੇ 'ਤੇ ਵੀ ਸਟੇਟਮੈਂਟ ਦਿੱਤੀ ਹੈ। ਤਾਂ ਇਹ ਕਿੱਧਰ ਨੂੰ ਲੈ ਕੇ ਜਾਏਗਾ ਕਾਂਗਰਸ ਨੂੰ ਇੰਪੋਰਟੈਂਟ ਆ। ਕਾਂਗਰਸ ਦੇ ਕਲੇਸ਼ ਖਤਮ ਹੋਣਗੇ ਜਾਂ ਨਹੀਂ ਹੋਣਗੇ? ਕਾਂਗਰਸ ਇਸ ਟਾਈਮ ਸਿਆਸੀ ਹਵਾ 'ਚ ਲਟਕੀ ਹੋਈ ਪਾਰਟੀ ਹੈ, ਸਿਆਸੀ ਹਵਾ 'ਚ ਲਟਕੀ ਹੋਈ ਹੈ। ਸਮਝ ਨਹੀਂ ਆ ਰਿਹਾ ਕੈਪਟਨ ਕੈਂਪ ਨੂੰ ਅੱਗੇ ਕੀ ਹੋਏਗਾ। ਸਿੱਧੂ ਕੈਂਪ ਆਪਣੀਆਂ ਤਿਆਰੀਆਂ ਕਰ ਰਿਹਾ ਬਹੁਤ ਸਾਰੀਆਂ, ਪਰ ਗੱਲ ਇਹ ਹੈ ਕਿ ਜੇ ਇਸੇ ਤਰੀਕੇ ਨਾਲ, ਜਿਵੇਂ ਆਪਾਂ ਦੇਖੋ ਕਿ ਉਹ ਸਟੇਜ ਤੋਂ ਬਾਅਦ ਸਿੱਧੂ ਤੇ ਕੈਪਟਨ ਅਜੇ ਅਗਲੀ ਸਟੇਜ ਤੇ ਦੇਖਣ ਨੂੰ ਨਹੀਂ ਮਿਲੇ। ਜਿਵੇਂ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਸੀਗਾ, ਉੱਥੇ ਦੋਵੇਂ ਜਾ ਸਕਦੇ ਸੀ ਪਰ ਨਹੀਂ ਗਏ। ਤਾਂ ਇੱਥੋਂ ਕਾਂਗਰਸ ਦੀ ਰਾਜਨੀਤੀ ਇਹ ਸਮਝ ਆਉਂਦੀ ਹੈ ਕਿ ਕਾਂਗਰਸ ਅਜੇ ਕਲੀਅਰ ਹੀ ਨਹੀਂ ਗੀ ਕਿ ਹੋਏਗਾ ਕੀ। ਜਦੋਂ ਤੱਕ ਕਾਂਗਰਸ 'ਚ ਸਾਫ਼ ਨਹੀਂ ਹੁੰਦਾ ਕਿ ਅੱਗੇ ਕੀ ਹੋਏਗਾ, ਚਿਹਰਾ ਕੌਣ ਹੋਏਗਾ ਕਾਂਗਰਸ ਦਾ 2022 ਦਾ, ਤੇ 2022 ਤੋਂ ਪਹਿਲਾਂ ਕਿਤੇ ਕੈਪਟਨ ਤੇ ਸਿੱਧੂ 'ਚ ਕੋਈ ਵੱਡਾ ਕਲੇਸ਼ ਤਾਂ ਨਹੀਂ ਖੜਾ ਹੋ ਜਾਏਗਾ? ਕੈਪਟਨ ਕੀ ਮੰਨ ਜਾਣਗੇ ਸਾਰੇ ਕਾਸੇ ਲਈ ਦਿਲੋਂ, ਜਾਂ ਕੈਪਟਨ ਆਪਣੀਆਂ ਗੋਟੀਆਂ ਸਿਆਸੀ ਫਿੱਟ ਕਰਨਗੇ? ਔਰ ਦੂਜੀ ਗੱਲ, ਕੀ ਕੋਈ ਦਿੱਲੀ ਤੋਂ ਅਜਿਹਾ ਲੀਡਰ ਆਏਗਾ ਜਿਹੜਾ ਸਾਰਿਆਂ 'ਚ ਤਾਲਮੇਲ ਬਿਠਾਏਗਾ, ਜਿਵੇਂ ਅੰਬਿਕਾ ਸੋਨੀ ਦਾ ਨਾਂ ਚੱਲ ਰਿਹਾ ਹੈਗਾ, ਕਿ ਇਸ ਤਰ੍ਹਾਂ ਦਾ ਤਾਲਮੇਲ ਬੈਠ ਜਾਏਗਾ? ਤਾਲਮੇਲ ਬਿਠਾਉਣ ਲਈ ਕਿਹਾ ਜਾ ਰਿਹਾ ਇੱਕ ਵੱਡਾ ਲੀਡਰ ਆਏਗਾ ਜਿਹੜਾ ਸਾਰਿਆਂ 'ਚ ਇੱਕ ਤਾਲਮੇਲ ਪੈਦਾ ਕਰੇ। ਕਿ ਉਹ ਤਾਲਮੇਲ ਪੈਦਾ ਹੋਏਗਾ ਜਾਂ ਫਿਰ ਕਾਂਗਰਸ 'ਚ ਕੋਈ ਹੋਰ ਡਿਵੈਲਪਮੈਂਟ ਹੋ ਜਾਏਗੀ? ਇਹਦੇ ਨਾਲ ਮੈਨੂੰ ਲੱਗਦਾ ਕਾਂਗਰਸ ਦੀ ਰਾਜਨੀਤੀ ਤੈਅ ਹੋਏਗੀ। ਕਾਂਗਰਸੀ ਆਮ ਤੌਰ ਦੇ ਉੱਤੇ ਕਾਂਗਰਸ ਦੀ ਰਾਜਨੀਤੀ ਬਾਰੇ ਕਿਹਾ ਜਾਂਦਾ ਕਿ ਜਿਹੜੀ ਵੀ ਪਾਰਟੀ ਜਿੱਤੀ ਹੋਈ ਹੁੰਦੀ ਹੈ ਉਹਦੇ ਬਾਰੇ ਕਿਹਾ ਜਾਂਦਾ ਕਿ ਜੋ ਆਪਣਾ ਪੁਰਾਣਾ ਵੋਟ ਸ਼ੇਅਰ ਸਾਰਾ ਵੀ ਨਹੀਂ, ਅੱਧੇ ਤੋਂ ਜ਼ਿਆਦਾ ਰਿਵਾਈਵ ਕਰ ਜੇ ਤੇ ਨਵੇਂ ਨੂੰ ਕੁਝ ਗੇਨ ਕਰ ਲੇ ਤਾਂ ਉਹਦੇ ਸੱਤਾ 'ਚ ਆਉਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ 'ਚ ਆਇਆ ਉਦੋਂ ਦੇਖੋ ਤੁਸੀਂ, ਜਿਹੜੀ ਵੀ ਪਾਰਟੀ ਮੁੜ ਕੇ ਸੱਤਾ 'ਚ ਆਉਂਦੀ ਹੈ ਤਾਂ ਕਾਂਗਰਸ ਦੇ ਸਾਹਮਣੇ ਚੈਲੰਜ ਵੀ ਨੇ, ਤੇ ਕਾਂਗਰਸ ਨੇ ਉਹਨਾਂ ਚੈਲੰਜਾਂ ਦੇ ਉੱਤੇ ਕੰਮ ਵੀ ਕੀਤਾ। ਜਿਵੇਂ ਮੰਨ ਲਓ ਸਿੱਧੂ ਦੇ ਬਣਨ ਨਾਲ ਹੀ ਕਾਂਗਰਸ 'ਚ ਇੱਕ ਚਰਨਿੰਗ ਵੀ ਹੋ ਰਹੀ ਹੈ, ਨਵੇਂ ਐਕਸ਼ਨ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਬੱਸਾਂ ਵਾਲੇ ਮਸਲੇ 'ਚ, ਚਾਹੇ ਅਜੇ ਸਟੇਟਮੈਂਟ ਹੀ ਨੇ ਉਹ ਹੋਣਾ ਕੀ ਹੈ, ਸੈਣੀ ਵਾਲੇ ਮਸਲੇ 'ਚ, ਬੇਅਦਬੀ ਵਾਲੇ ਮਸਲੇ 'ਚ, ਬਹੁਤ ਸਾਰੇ ਮਸਲਿਆਂ 'ਚ, ਅੱਜ ਨਸ਼ੇ ਵਾਲੇ ਮਸਲੇ 'ਚ ਵੀ ਬਹੁਤ ਸਾਰੇ ਮਸਲਿਆਂ ਸਰਗਰਮੀ ਤੇਜ਼ ਹੋਈ ਹੈ। ਪਰ ਕੀ ਉਹ ਸਰਗਰਮੀ ਪੋਜ਼ਿਟਿਵ ਮੋੜ ਜਾਏਗੀ? ਜੇ ਤਾਂ ਪੋਜ਼ਿਟਿਵ ਮੋੜ ਚਲੀ ਜਾਏਗੀ ਤਾਂ ਕਾਂਗਰਸ ਨੂੰ ਉਹਦਾ ਫਾਇਦਾ ਹੋਏਗਾ, ਨਹੀਂ ਫਿਰ ਕਾਂਗਰਸ ਦਾ ਨੁਕਸਾਨ ਹੋਣਾ ਤੈਅ ਆ। ਜਿਸ ਤਰ੍ਹਾਂ ਦੀ ਖੇਮੇਬੰਦੀ ਕਾਂਗਰਸ 'ਚ ਹੋਈ ਹੈ, ਕੀ ਇਹ ਖੇਮੇਬੰਦੀ ਦਿਲੋਂ ਮੁੱਕ ਜਾਏਗੀ? ਰਾਜਨੀਤੀ ਦੇ ਅੰਦਰ ਦਿਲ ਐ ਨਹੀਂ ਮਿਲਦੇ ਹੁੰਦੇ ਜਿਵੇਂ ਪਿੰਡਾਂ ਦੀਆਂ ਸੱਥਾਂ 'ਚ ਦੋ ਧਿਰਾਂ ਦੇ ਮਿਲਾ ਕੇ ਬਿਠਾ ਦਿੰਦੇ। ਰਾਜਨੀਤੀ ਦੇ ਅੰਦਰ ਬੜਾ ਗੂੜ੍ਹੀ ਇਹ ਚੀਜ਼ ਹੁੰਦੀ ਹੈ, ਰਾਜਨੀਤੀ ਦੇ ਅੰਦਰ ਕੁਝ ਵੀ ਸਿੱਧਾ ਨਹੀਂ ਹੁੰਦਾ। ਇਸ ਕਰਕੇ ਕਾਂਗਰਸ ਦੀ ਰਾਜਨੀਤੀ ਸਿੱਧੇ ਰਾਹ ਪਏਗੀ ਜਾਂ ਨਹੀਂ ਪਏਗੀ? ਸਿੱਧੇ ਰਾਹ ਪੈਣ ਦਾ ਮਤਲਬ ਸਿੱਧੂ ਦਾ ਇਕੱਲਾ ਪ੍ਰਧਾਨ ਬਣਨਾ ਨਹੀਂ ਹੈ। ਅੱਗੇ ਕੀ ਹੋਏਗਾ? ਕਿ ਅੱਗੇ ਕਾਂਗਰਸ ਕੋਈ ਚੇਂਜ ਹੋਣਗੀਆਂ? ਕਿ ਕੋਈ ਦਿੱਲੀ ਤੋਂ ਅਜਿਹਾ ਲਿਆਂਦਾ ਜਾਏਗਾ ਜਿਹੜਾ ਤਾਲਮੇਲ ਬਿਠਾ ਦੇਗਾ? ਕਿ ਕੈਪਟਨ ਤੇ ਸਿੱਧੂ ਮਿਲ ਕੇ ਚੱਲ ਲੈਣਗੇ, ਜਾਂ ਫਿਰ ਕਾਂਗਰਸ ਕੋਈ ਹੋਰ ਦਾ ਅਪਣਾਏਗੀ? ਕਾਂਗਰਸ ਦੀ ਹਾਈ ਕਮਾਨ ਕੁਝ ਹੋਰ ਕਰੇਗੀ? ਸਿੱਧੂ ਨੂੰ 2022 ਲਈ ਪ੍ਰੋਜੈਕਟ ਕੀਤਾ ਜਾਏਗਾ ਸੀਐਮ ਚਿਹਰੇ ਵਜੋਂ ਜਾਂ ਨਹੀਂ? ਜਾਂ ਕੈਪਟਨ ਨੂੰ ਕੀਤਾ ਜਾਏਗਾ ਜਾਂ ਕੀਤਾ ਹੀ ਨਹੀਂ ਜਾਏਗਾ? ਕਾਂਗਰਸ ਆਮ ਤੌਰ 'ਤੇ
ਚੋਣਾਂ ਤੋਂ ਪਹਿਲਾਂ ਕਿਤੇ ਵੀ ਸੀਐਮ ਦਾ ਚਿਹਰਾ ਨਹੀਂ ਦਿੰਦੀ, ਬਾਅਦ ਚੋਂ ਦਿੰਦੇ ਆ। ਬਹੁਤ ਥੋੜ੍ਹੀਆਂ ਇਲੈਕਸ਼ਨ, ਜਿਵੇਂ ਪਿਛਲੀ ਵਾਰ ਕੈਪਟਨ ਨੂੰ ਦਿੱਤਾ ਸੀ, ਉਸ ਤੋਂ ਪਹਿਲਾਂ ਨਹੀਂ। ਇਸ ਤਰੀਕੇ ਨਾਲ ਹੁੰਦਾ, ਕਾਂਗਰਸ ਕਦੇ ਸੀਐਮ ਦਾ ਬਾਅਦ ਚੋਂ ਡਿਸਾਈਡ ਕਰਦੀ ਹੈ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਾਂਗਰਸ ਦੇ ਪਲੱਸ ਤੇ ਮਾਈਨਸ ਨੇ। ਹੁਣ ਕਾਂਗਰਸ ਆਪਣੇ ਪਲੱਸ ਨੂੰ ਮਾਈਨਸ 'ਚ ਬਦਲਦੀ ਹੈ ਜਾਂ ਮਾਈਨਸ ਪਲੱਸ ਹੋ ਜਾਂਦਾ, ਇਹ ਆਉਣ ਵਾਲਾ ਸਮਾਂ ਦੱਸੇਗਾ, ਤੇ ਉਹਦੇ ਨਾਲ ਹੀ 2022 ਦੀ ਕਾਂਗਰਸ ਦੀ ਰਾਜਨੀਤੀ ਤੈਅ ਹੋਏਗੀ। ਜੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਗੱਲ ਕਰੀਏ, ਇਹ ਗੱਠਜੋੜ ਕਿੱਧਰ ਨੂੰ ਜਾਏਗਾ? ਕੀ ਜਿੱਤ ਹਾਸਲ ਕਰੇਗਾ ਇਹ ਗੱਠਜੋੜ? ਦੇਖੋ, ਅਕਾਲੀ ਦਲ ਦੀ ਸਭ ਤੋਂ ਵੱਡੀ ਬੈਟਲ ਕੀ ਸੀਗੀ? ਅਕਾਲੀ ਦਲ ਦੀ ਸਭ ਤੋਂ ਵੱਡੀ ਬੈਟਲ ਪਰਸੈਪਸ਼ਨ ਦੀ ਬੈਟਲ ਹੈ। ਸਭ ਤੋਂ ਜ਼ਿਆਦਾ ਅਕਾਲੀ ਦਲ ਨੇ ਕੰਮ ਪਰਸੈਪਸ਼ਨ ਤੇ ਕੀਤਾ ਕਿ ਸਾਡੀ ਪਰਸੈਪਸ਼ਨ ਕਿਵੇਂ ਬਦਲੇ। ਉਹ ਪਰਸੈਪਸ਼ਨ ਬਣਾਈ ਗਈ, ਬਣ ਗਈ, ਉਹ 'ਚ ਕਿਹੜੇ ਇਸ਼ੂ ਕਿਹੜੇ ਸਮੇਂ ਦੇ ਉੱਤੇ ਸਹੀ ਤਰੀਕੇ ਨਾਲ ਨਹੀਂ ਨਜਿੱਠੇ ਗਏ। ਬਹੁਤ ਸਾਰੇ ਰੀਜ਼ਨ ਅਕਾਲੀ ਦਲ ਦੇ ਆਪਦੇ ਲੀਡਰ ਹੀ ਕਹਿੰਦੇ ਨੇ। ਬਹੁਤੇ ਕਹਿੰਦੇ ਆ ਕਿ ਜੀ ਸੋਸ਼ਲ ਮੀਡੀਆ ਨੇ ਸਾਡੀ ਪਰਸੈਪਸ਼ਨ ਇਸ ਤਰ੍ਹਾਂ ਬਣਾਤੀ, ਸਾਡੇ ਵਿਰੋਧੀਆਂ ਨੇ ਬਣਾਤੀ। ਪਰ ਬਹੁਤ ਸਾਰੇ ਕਹਿੰਦੇ ਆ ਕਿ ਜੇ ਸਮੇਤ ਸਿੰਘ ਸੈਣੀ ਡੀਜੀਪੀ ਨਾ ਹੁੰਦੇ ਸ਼ਾਇਦ ਸਾਡੀ ਪਰਸੈਪਸ਼ਨ ਨਾ ਹੀ ਬਣਦੀ। ਅਕਾਲੀ ਦਲ ਦੇ ਅੰਦਰੋਂ ਹੀ ਵਿਰਸਾ ਸਿੰਘ ਉਲਟੋਆ ਇਹ ਗੱਲ ਕਹਿੰਦੇ ਆ ਕਿ ਸਾਡਾ ਨੁਕਸਾਨ ਹੀ ਨਾ ਹੁੰਦਾ। ਔਨ ਰਿਕਾਰਡ ਇਹ ਗੱਲ ਬੋਲ ਚੁੱਕੇ ਹੈਗੇ। ਬਹੁਤ ਸਾਰੇ ਹੋਰ ਮਸਲਿਆਂ ਦੇ ਉੱਤੇ ਵੀ ਅਕਾਲੀ ਦਲ 'ਚ ਚਰਚਾਵਾਂ ਚੱਲਦੀਆਂ ਨੇ। ਤਾਂ ਅਕਾਲੀ ਦਲ ਪਰਸੈਪਸ਼ਨ ਦੀ ਲੜਾਈ, ਅਕਾਲੀ ਦਲ ਦੀ ਜਦੋਂ ਬਹੁਜਨ ਸਮਾਜ ਪਾਰਟੀ ਨਾਲ ਅਲਾਇੰਸ ਹੋਇਆ, ਉਹ ਠੀਕ ਹੋਈ ਹੈ। ਇੱਕ ਲੈਵਲ ਦੇ ਉੱਤੇ ਅਕਾਲੀ ਦਲ ਦੀ ਪਰਸੈਪਸ਼ਨ ਠੀਕ ਹੋਈ ਹੈ। ਪਰ ਉਹ 2022 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਆ, ਇਹ ਅਜੇ ਤੈਅ ਨਹੀਂ ਹੈਗਾ। ਇਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜੀਆਂ ਡਿਵੈਲਪਮੈਂਟਾਂ ਕਿਹੜੇ ਪੱਧਰ ਤੇ ਕਿਵੇਂ ਹੁੰਦੀਆਂ। ਜੇ ਮੰਨ ਲਓ ਕੈਪਟਨ ਸਰਕਾਰ ਲੱਗੀ ਹੋਈ ਆ ਹੁਣ ਜਿਹੜੀਆਂ ਚੀਜ਼ਾਂ ਕਰਨ, ਉਹ ਕਿਸ ਤਰੀਕੇ ਨਾਲ ਅੱਗੇ ਵਧਦੀਆਂ ਨੇ। ਹੁਣ ਅੱਜ ਨਸ਼ੇ ਵਾਲੇ ਮਸਲੇ ਤੇ ਵੀ ਕਹਿਤਾ, ਬੇਅਦਬੀ ਵਾਲੇ ਤੇ ਵੀ SIT ਕਹਿ ਰਹੇ ਨੇ, ਟਰਾਂਸਪੋਰਟ ਵਾਲੇ ਦੇ ਪਿੱਛੇ ਜਿਨ੍ਹਾਂ ਨੇ ਕੇਸ ਹਾਈ ਕੋਰਟ ਦੇ ਅੰਦਰ, ਹੋਰ ਚੀਜ਼ਾਂ ਦੇ ਉੱਤੇ ਵੀ। ਕਾਂਗਰਸ ਦੀ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ, ਕਿਵੇਂ ਜਾਂਦੀ ਹੈ, ਕਾਂਗਰਸ ਉਹਨਾਂ ਚੀਜ਼ਾਂ ਤੇ ਕਿਵੇਂ ਲੜਦੀ ਹੈ, ਇਹਦੇ ਨਾਲ ਵੀ। ਔਰ ਆਪ ਦਾ ਕੀ ਤਰੀਕਾ ਹੋਏਗਾ, ਉਹਦਾ ਚਿਹਰਾ ਕੌਣ ਹੋਏਗਾ, ਇਹ ਸਾਰੀਆਂ ਚੀਜ਼ਾਂ ਨੇ। ਕਿਸਾਨ ਅੰਦੋਲਨ ਦਾ ਅਸਰ ਵੀ, ਬਹੁਤ ਸਾਰੀਆਂ ਚੀਜ਼ਾਂ ਦਾ ਅਸਰ ਰਹੇਗਾ ਇਹ ਗੱਲਾਂ ਦੇ ਉੱਤੇ। ਪਰ ਅਕਾਲੀ ਦਲ ਨੇ, ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ, ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਅਲਾਇੰਸ ਹੋਣ ਤੋਂ ਬਾਅਦ ਉਹਨਾਂ ਨੂੰ ਇੱਕ ਬੂਸਟ ਮਿਲਿਆਗਾ, ਉਹਦਾ ਇੱਕ ਫਾਇਦਾ ਹੋਇਆ। ਹੁਣ ਉਹ ਕਿੰਨੀ ਕੰਟੀਨਿਊਟੀ 'ਚ, ਕਿੰਨੀ ਕੰਸਿਸਟੈਂਸੀ 'ਚ ਅਕਾਲੀ ਦਲ ਇਹਨੂੰ ਅੱਗੇ ਲੈ ਕੇ ਚੱਲਦਾ ਗਾ। ਦੂਜੀ ਗੱਲ, ਜਿਹੜਾ ਅਕਾਲੀ ਦਲ ਦੇ ਅੰਦਰ ਵੀ ਇੱਕ ਨਵੀਂ ਚਰਨਿੰਗ ਹੋ ਰਹੀ ਹੈਗੀ। ਅਕਾਲੀ ਦਲ ਵੀ ਇੱਕ ਨਵੇਂ ਤਰੀਕੇ ਦੀ ਰਾਜਨੀਤੀ ਵੀ ਖੜੀ ਕਰ ਰਿਹਾ ਗਾ। ਯਾਨੀ ਜਿਹੜੀਆਂ ਪਹਿਲਾਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰ ਰਿਹਾ ਅਕਾਲੀ ਦਲ, ਕਿ 2022 ਦੇ ਅੰਦਰ ਕਿਸ ਤਰੀਕੇ ਦੇ ਨਾਲ, ਕਿਉਂਕਿ ਇਹ ਸਭ ਦੇ ਲਈ ਮੈਂ ਪਹਿਲਾਂ ਵੀ ਕਿਹਾ ਸੀ, 2022 ਦੀ ਚੋਣ ਸਰਪੰਚੀ ਦੀਆਂ ਚੋਣਾਂ ਵਾਂਗੂ ਲੜੀ ਜਾਏਗੀ। 2022 ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਇਸੇ ਤਰ੍ਹਾਂ ਲੱਗੀਆਂ ਹੋਈਆਂ ਨੇ। ਇਸ ਕਰਕੇ ਅਕਾਲੀ ਦਲ ਵੀ ਬੜਾ ਮਿਨਿਊਟਲੀ, ਹਲਕਿਆਂ ਦੇ ਅੰਦਰ ਵੀ, ਗਰਾਊਂਡ ਦੇ ਉੱਤੇ ਵੀ ਬੜੇ ਤਰੀਕੇ ਦੇ ਨਾਲ ਕੰਮ 'ਚ ਜੁਟਿਆ ਹੋਇਆ। ਔਰ ਅਕਾਲੀ ਦਲ ਦੇ ਹੀ ਇੱਕ ਲੀਡਰ ਕੱਲ੍ਹ ਕਹਿ ਰਹੇ ਸੀਗੇ ਕਿ ਜਦੋਂ ਤੋਂ ਸਾਡਾ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਹੋਇਆ, ਅਸੀਂ ਦੇਖ ਰਹੇ ਹਾਂ ਕਿ ਬਹੁਜਨ ਸਮਾਜ ਪਾਰਟੀ ਦੇ ਜਿਨ੍ਹਾਂ ਘਰਾਂ 'ਤੇ ਝੰਡੇ ਨਹੀਂ ਹੁੰਦੇ ਸੀ ਨੀਲੇ, ਉਹ ਲੱਗ ਗਏ ਨੇ। ਤਾਂ ਅਕਾਲੀ ਦਲ ਦੇ ਲਈ ਬਹੁਤ ਸਾਰੀਆਂ ਦੂਜੇ ਪਾਸੇ ਦੀਆਂ ਕਹਾਣੀਆਂ ਕਿੱਧਰ ਨੂੰ ਜਾਣਗੀਆਂ, ਕਾਂਗਰਸ ਦੀ ਖਾਸ ਤੌਰ 'ਤੇ। ਕਾਂਗਰਸ ਗਵਰਨਮੈਂਟ ਕਰਦੀ ਕੀ ਹੈ, ਤੇ ਅਕਾਲੀ ਦਲ ਆਪਣੀ ਰਾਜਨੀਤੀ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਂਦਾ। ਕਿਵੇਂ ਪੰਥਕ ਪੋਲੀਟਿਕਸ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਪੰਥਕ ਪੋਲੀਟਿਕਸ ਦੇ ਅੰਦਰ ਅਕਾਲੀ ਦਲ ਲਗਾਤਾਰ, ਤੁਸੀਂ ਦੇਖੋ, ਪੰਥਕ ਕੰਸੋਲੀਡੇਸ਼ਨ ਅਕਾਲੀ ਦਲ ਕਰ ਰਿਹਾ, ਸਿੱਖਾਂ ਦਾ ਕੰਸੋਲੀਡੇਸ਼ਨ ਕਰ ਰਿਹਾ। ਕਿਉਂਕਿ ਡੇਰੇ ਵਾਲੇ ਮਸਲੇ ਦੇ ਉੱਤੇ ਸਾਰੀਆਂ ਹੀ ਪਾਰਟੀਆਂ ਹੁਣ ਉਸ ਤਰੀਕੇ ਨਾਲ ਨਹੀਂ ਚੱਲ ਰਹੀਆਂ। ਉਹ ਕੰਸੋਲੀਡੇਸ਼ਨ ਕਿੰਨੀ ਵਧੀਆ ਹੋਏਗੀ, ਕਿ ਉਹ ਕੰਸੋਲੀਡੇਸ਼ਨ ਹੋ ਜਾਏਗੀ ਕਿ ਆਮ ਸਿੱਖਾਂ ਦੇ ਅੰਦਰ ਵੀ ਉਹ ਸਾਰੇ ਮੈਸੇਜ ਚਲੇ ਜਾਣਗੇ ਜਿਹੜਾ ਅਕਾਲੀ ਦਲ ਦੇਣਾ ਚਾਹੁੰਦਾ। ਅਲਟੀਮੇਟਲੀ ਗੇਮ ਪਰਸੈਪਸ਼ਨ ਦੀ ਹੁੰਦੀ ਆ, ਪ੍ਰਚਾਰ ਦੀ ਹੁੰਦੀ ਆ। ਚੋਣ 'ਚ ਇੱਕ ਚੀਜ਼ ਕੰਮ ਨਹੀਂ ਕਰ ਰਹੀ ਹੁੰਦੀ, ਚੋਣ 'ਚ 10 ਚੀਜ਼ਾਂ ਕੰਮ ਕਰ ਰਹੀਆਂ ਹੁੰਦੀਆਂ ਨੇ। ਇਕੱਲੀ ਪਰਸੈਪਸ਼ਨ ਵੀ ਨਹੀਂ ਕੰਮ ਕਰਦੀ, ਇਕੱਲਾ ਪੈਸਾ ਵੀ ਨਹੀਂ ਕੰਮ ਕਰਦਾ, ਇਕੱਲਾ ਪ੍ਰਚਾਰ ਵੀ ਨਹੀਂ ਕੰਮ ਕਰਦਾ। ਬਹੁਤ ਸਾਰੀਆਂ ਚੀਜ਼ਾਂ ਰਲ ਮਿਲ ਕੇ ਕੰਮ ਕਰਦੀਆਂ ਨੇ। ਉਹ ਰਲ ਮਿਲ ਕੇ ਚੀਜ਼ਾਂ ਕਿਸ ਤਰੀਕੇ ਕਿੱਧਰ ਨੂੰ ਜਾਣਗੀਆਂ, ਉਹਦੇ ਤੋਂ ਮੈਨੂੰ ਲੱਗਦਾ ਕਾਫੀ ਚੀਜ਼ਾਂ ਅਕਾਲੀ ਦਲ ਦੇ ਲਈ ਤੈਅ ਹੋਣਗੀਆਂ। ਔਰ ਉਸੇ ਤੋਂ ਹੀ ਸ਼ਾਇਦ ਚੀਜ਼ਾਂ ਹੋਰ ਤਰੀਕੇ ਨਾਲ। ਪਰ ਬਹੁਜਨ ਸਮਾਜ ਪਾਰਟੀ ਬਾਰੇ ਮੈਂ ਜ਼ਰੂਰ ਕਹੂੰਗਾ, ਬਹੁਜਨ ਸਮਾਜ ਪਾਰਟੀ ਦੇ ਅੰਦਰ ਜਿਹੜੀ ਕੰਟਰਾਡਿਕਸ਼ਨ ਆ, ਉਹਨੂੰ ਉਹ ਕਿਵੇਂ ਨਜਿੱਠਦੀ ਹੈ। ਜਿਵੇਂ ਬਹੁਜਨ ਸਮਾਜ ਪਾਰਟੀ ਨਹੀਂ ਤਾਂ ਜਦੋਂ ਵੀ ਕੋਈ ਬਗਾਵਤ ਕਰਦਾ, ਕੋਈ ਵਿਰੋਧ ਕਰਦਾ, ਉਹਨੂੰ ਬਾਹਰ ਮਾਰਦਾ। ਜਿਵੇਂ ਸੀਟਾਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ 'ਚ ਵਿਰੋਧ ਆ ਕਿ ਅਕਾਲੀ ਦਲ ਦੇ ਨਾਲ ਜਿਹੜੀਆਂ ਸਾਨੂੰ ਸੀਟਾਂ ਮਿਲੀਆਂ, ਉਹ ਸੀਟਾਂ ਠੀਕ ਨਹੀਂ ਮਿਲੀਆਂ। ਅਲਾਇੰਸ ਦਾ ਵਿਰੋਧ ਨਹੀਂ ਆ, ਗੱਠਜੋੜ ਦੀ ਆਪਸ਼ਨ ਉਹਨਾਂ ਨੂੰ ਠੀਕ ਲੱਗਦੀ ਹੈ, ਪਰ ਸੀਟਾਂ ਵਾਲੀ ਆਪਸ਼ਨ ਦੇ ਅੰਦਰ ਉਹ ਲੜਾਈ ਲੜ ਰਹੇ ਨੇ। ਉਹਦੇ 'ਚ ਬਹੁਜਨ ਸਮਾਜ ਪਾਰਟੀ ਵੀ ਘਿਰੀ ਹੋਈ ਹੈ। ਇੰਟਰਨਲ ਪੋਲੀਟਿਕਸ ਆ ਜਿਹੜੀ ਬਹੁਜਨ ਸਮਾਜ ਪਾਰਟੀ ਦੀ। ਤਾਂ ਇੰਟਰਨਲ ਪੋਲੀਟਿਕਸ ਬਹੁਜਨ ਸਮਾਜ ਪਾਰਟੀ ਕਿੰਨੀ ਛੇਤੀ ਉਹਨੂੰ ਨਜਿੱਠ ਲੈਂਦੀ ਹੈ, ਉਹ ਕਿੱਧਰ ਨੂੰ ਜਾਂਦੀ ਹੈ, ਇਹਦੇ ਨਾਲ ਵੀ ਕਾਫੀ ਚੀਜ਼ਾਂ ਤੈਅ ਹੋਣਗੀਆਂ। ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਿਆਸਤ ਕੀ ਕਹਿੰਦੀ ਹੈ? ਦੇਖੋ, ਆਮ ਆਦਮੀ ਪਾਰਟੀ ਨੇ ਨੋ ਡਾਊਟ ਇਹ ਤਾਂ ਹੈ ਨਹੀਂਗਾ ਕਿ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ 2019 ਵਾਲੀ ਹੈਗੀ।
2019 ਵਾਲੀ ਸਟੇਸ਼ਨ ਤੋਂ ਤਾਂ ਉਹਨਾਂ ਨੇ ਵੀ ਗੇਨ ਕੀਤਾ ਗਾ, ਪਰ ਉਹਨਾਂ ਨੇ ਫੁੱਲੀ ਗੇਨ ਕਰ ਲਿਆ। ਉਹਦੀ ਸਭ ਤੋਂ ਵੱਡੀ ਘਾਟ ਜਿਹੜੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ 'ਚ ਰੜਕਦੀ ਹੈ। ਆਮ ਆਦਮੀ ਪਾਰਟੀ ਤੋਂ ਕੋਈ ਪੁੱਛੇ ਕਿ ਤੁਹਾਨੂੰ 2017 'ਚ ਕਿਉਂ ਰਿਸਪੌਂਡ ਕੀਤਾ ਲੋਕਾਂ ਨੇ, ਇੱਕ ਸਵਾਲ ਜੇ ਕੀਤਾ ਜਾਵੇ ਆਮ ਆਦਮੀ ਪਾਰਟੀ ਨੂੰ, ਪੰਜਾਬ ਦੇ ਲੋਕ ਤੀਜਾ ਬਦਲ ਲੱਭਦੇ ਨੇ, ਪਰ ਤੁਹਾਨੂੰ ਕਿਉਂ ਰਿਸਪੌਂਡ ਕੀਤਾ? ਇੱਕੋ ਇੱਕ ਕਾਰਨ, ਫਰੈਸ਼ ਆਈਡੀਆ ਕਰਕੇ ਸਪੋਰਟ ਕੀਤਾ। ਪਰ ਆਮ ਆਦਮੀ ਪਾਰਟੀ ਦਾ ਉਹ ਆਈਡੀਆ ਕਿਤੇ ਨਾ ਕਿਤੇ ਮਿਸਿੰਗ ਵੀ ਨਜ਼ਰ ਆਉਂਦਾ। ਇਹਨੇ ਕਿਉਂਕਿ ਫੁੱਲੀ ਉਹਨਾਂ ਨੇ ਕੋਈ ਤਲਾਂਜਲੀ ਦਿੱਤੀ ਆਈਡੀਆ ਨੂੰ, ਪਰ ਜੋ ਆਈਡੀਆ ਦੀ ਪੋਲਿਟਿਕਸ ਸੀ, ਆਮ ਆਦਮੀ ਪਾਰਟੀ ਦੂਜਿਆਂ ਤੋਂ ਵੱਖਰੀ ਸੀ। ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਚਾਹੁੰਦੇ ਸੀ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਤੋਂ ਇਹਦੀ ਰਾਜਨੀਤੀ ਵੱਖਰੀ ਹੈ। ਜਦੋਂ ਤੱਕ ਆਪ ਵਰਗੀ ਰਾਜਨੀਤੀ ਨਹੀਂ ਕਰੇਗੀ, ਆਪ ਰਾਜਨੀਤੀ ਕਰਨ ਲੱਗੀ ਕਾਂਗਰਸ ਤੇ ਅਕਾਲੀਆਂ ਵਾਲੀ ਜਾਂ ਹੋਰ ਪਾਰਟੀਆਂ ਵਾਲੀ ਵੀ। ਹਾਲਾਂਕਿ ਨੋ ਡਾਊਟ ਆਪਾਂ ਦੇਖਿਆ ਹੈਗਾ ਕਿ ਪਿਛਲੇ ਟਾਈਮ 'ਚ ਖਾਸ ਤੌਰ ਤੇ ਰਾਘਵ ਚੱਡਾ ਜਿਵੇਂ ਅਕਾਲੀ ਦਲ ਕੋਲੇ ਆਪਣੇ ਲੈਫਟੈਨੈਂਟ ਨੇ, ਕਾਂਗਰਸ ਕੋਲੇ ਆਪਣੇ ਲੈਫਟੈਨੈਂਟ ਨੇ, ਬੀਜੇਪੀ ਕੋਲ ਆਪਣੇ ਨੇ, ਉਸੇ ਤਰ੍ਹਾਂ ਰਾਘਵ ਚੱਡਾ ਤੇ ਜਰਨੈਲ ਸਿੰਘ ਜਦੋਂ ਆਏ ਨੇ, ਖਾਸ ਤੌਰ ਤੇ ਰਾਘਵ ਚੱਡਾ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਇਲਾਕਿਆਂ 'ਚ ਗਏ, ਪਾਰਟੀ ਨੂੰ ਕਿਵੇਂ ਅੱਗੇ ਵੱਖ-ਵੱਖ ਲੋਕਾਂ ਨਾਲ ਸੰਪਰਕ ਕਰਕੇ ਪਾਰਟੀ ਸ਼ਾਮਲ ਕਰਾਏ, ਪਰ ਉਹ ਕੋਈ ਅਲਟੀਮੇਟ ਗੇਮ ਨਹੀਂ ਆ। ਹਾਲਾਂਕਿ ਆਪਾਂ ਪਾਰਟੀਆਂ 'ਚ ਤੁਸੀਂ ਅਕਾਲੀਆਂ ਕੋਲ ਬਹਿ ਜਾਓ, ਕਹਿੰਦੇ ਸਾਡਾ ਬਹੁਤ ਵੱਡਾ ਪਰਸੈਂਟੇਜ, ਅਸੀਂ ਜਿੱਤ ਰਹੇ ਹਾਂ ਚੋਣਾਂ, ਆਪ ਵਾਲੇ ਕਹਿੰਦੇ ਅਸੀਂ ਜਿੱਤ ਰਹੇ ਹਾਂ, ਕਾਂਗਰਸ ਕਹਿੰਦੀ ਅਸੀਂ ਵੀ ਜਿੱਤ ਜਾਣਾ, ਆਰਾਮ ਨਾਲ ਹੀ ਜਿੱਤ ਜਾਣਾ, ਤੇ ਬੀਜੇਪੀ ਵੀ ਦਾਅਵਾ ਕਰ ਦਿੰਦੀ ਹੈ 117 ਦੀਆਂ 17 ਸੀਟਾਂ ਦਾ। ਇਹ ਤਾਂ ਰਾਜਨੀਤੀ 'ਚ ਬਿਆਨਬਾਜ਼ੀ ਹੁੰਦੀ ਹੈ। ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਨਾਲੋਂ ਗੇਨ ਜ਼ਰੂਰ ਕੀਤਾ ਹੋਏਗਾ, ਪਹਿਲਾਂ ਨਾਲੋਂ ਆਮ ਆਦਮੀ ਪਾਰਟੀ ਅੱਗੇ ਵਧਣਾ ਚਾਹੁੰਦੀ ਹੈ, ਪਰ ਅਲਟੀਮੇਟਲੀ ਗੇਮ ਮੈਨੂੰ ਲੱਗਦਾ ਗਾ ਕਿ ਆਪ ਨੂੰ ਰਿਸਪੌਂਡ ਆਪ ਕਰਕੇ ਕੀਤਾ ਗਿਆ ਸੀ, ਤੇ ਆਪ ਹੁਣ ਉਹ ਆਪ ਹੈ ਜਾਂ ਨਹੀਂ ਹੈ ਇਹ ਆਪ ਸੋਚੇ। ਆਪ ਨੂੰ ਸੋਚਣਾ ਪਏਗਾ ਕਿ ਉਹ ਵਾਕਈ ਉਹ ਆਪ ਆ। ਹਾਲਾਂਕਿ ਇਸ ਵਾਰ ਕੈਂਡੀਡੇਟਾਂ ਦੇ ਮਸਲੇ 'ਚ ਤੁਸੀਂ ਦੇਖੋ, ਖਾਸ ਤੌਰ ਤੇ ਮੈਂ ਰਾਘਵ ਦਾ ਨਾਂ ਕਿਉਂ ਲੈ ਰਿਹਾ, ਕੈਂਡੀਡੇਟਾਂ ਦੇ ਮਾਮਲੇ ਦੇ ਅੰਦਰ ਚਾਹੇ ਭਗਵੰਤ ਮਾਨ ਨੇ, ਚਾਹੇ ਰਾਘਵ ਨੇ, ਜਾਂ ਹੋਰ ਪੂਰੀ ਟੀਮ, ਉਹਨਾਂ ਨੇ ਬੜੇ ਫਰੈਸ਼, ਤੁਸੀਂ ਦੇਖੋ ਸਾਰੇ ਚਿਹਰੇ ਦੇਖੋ, ਤਕਰੀਬਨ ਉਹਨਾਂ ਨੇ ਉਹ ਚਿਹਰੇ ਦਿੱਤੇ ਜਿਹੜੇ ਪਾਰਟੀ ਦੇ ਲਈ ਲੜ ਰਹੇ ਸੀ। ਪਹਿਲਾਂ ਕੀ ਹੋਇਆ ਸੀ, ਲੜੀ ਕੋਈ ਹੋਰ ਜਾਂਦਾ ਸੀ, ਟਿਕਟ ਕਿਸੇ ਹੋਰ ਨੂੰ ਦੇਤੀ, ਇਸ ਕਰਕੇ ਵੱਡੀ ਬਗਾਵਤ ਹੋਈ ਸੀ। ਉਹ ਸਾਰੀ ਫੋਰਸ ਆਪ ਤੋਂ ਦੂਰ ਹੋ ਗਈ, ਉਹ ਫੋਰਸ ਵੀ ਵਾਪਸ ਨਹੀਂ ਆਈ ਆਪ ਕੋਲ। ਆਪ ਨੇ ਕੋਸ਼ਿਸ਼ ਕੀਤੀ, ਥੋੜੇ ਲੋਕ ਆ ਗਏ ਹੋਣਗੇ, ਪਰ ਉਹਨੇ ਵੱਡੇ ਪੱਧਰ ਤੇ ਫੋਰਸ ਨਹੀਂ ਆਈ ਆਪ ਕੋਲ। ਇਸ ਕਰਕੇ ਆਪ ਦੀ ਜਿਹੜੀ ਯੂਐਸਪੀ ਹੈ, ਜਾਂ ਆਪ ਦੀ ਜਿਹੜੀ ਯੂਐਸਪੀ ਸੀ, ਕਿ ਆਪ ਉਸ ਯੂਐਸਪੀ ਦੇ ਉੱਤੇ ਖੜ ਕੇ ਰਾਜਨੀਤੀ ਕਰਦੀ ਹੈ, ਜਾਂ ਫਿਰ ਆਪ ਨੂੰ ਲੱਗਦਾ ਗਾ ਕਿ ਨਹੀਂ ਮਾਡਲ ਤਾਂ ਰਾਜਨੀਤੀ ਦਾ, ਜਿਹਦੇ 'ਚ ਪੈਸਾ ਵੀ ਹੈ, ਜਿਹਦੇ 'ਚ ਮੈਨੇਜਮੈਂਟ ਵੀ ਹੈ, ਜਿਹਦੇ 'ਚ ਸਾਰਾ ਕੁਝ ਆਗਾ। ਤਾਂ ਇਹ ਦੇਖਣਾ ਹੋਏਗਾ ਕਿ ਆਪ ਵਾਕਈ ਉਹ ਜਿਹੜੀ ਗਰਾਊਂਡ ਦੀ ਲੜਾਈ ਹੈ, ਜਾਂ ਆਪ ਕੋਲ ਚਿਹਰਿਆਂ ਦੀ ਲੜਾਈ। ਸੀਐਮ ਵਾਲੀ ਗੱਲ ਵੀ ਮੈਨੂੰ ਇੰਪੋਰਟੈਂਟ ਲੱਗਦੀ ਹੈ। ਆਪ ਦੇ ਬਾਰੇ ਤੁਸੀਂ ਪੰਜਾਬ 'ਚ ਘੁੰਮੋ, ਆਪ ਬਾਰੇ ਲੋਕ ਇੱਕੋ ਗੱਲ, ਆਪ ਦਾ ਸੀਐਮ ਚਿਹਰਾ ਕੌਣ ਹੋਏਗਾ? ਕੇਜਰੀਵਾਲ ਹੋਰਾਂ ਨੇ ਆ ਕੇ ਕਹਿਤਾ ਕਿ ਸਾਡਾ ਸੀਐਮ ਚਿਹਰਾ ਸਿੱਖ ਹੋਏਗਾ, ਨਾਲ ਭਗਵੰਤ ਮਾਨ ਵੀ ਬੈਠੇ ਸੀ, ਤਾਂ ਸਿੱਖ ਚਿਹਰਾ ਉਹ ਕੌਣ ਹੋਏਗਾ? ਇਹ ਸਭ ਤੋਂ ਵੱਡਾ ਸਵਾਲ ਹੈ। ਆਪ ਨੇ ਬਹੁਤ ਸਾਰੇ ਲੋਕਾਂ ਨੂੰ ਅਪਰੋਚ ਕੀਤਾ, ਤੇ ਨਵਜੋਤ ਸਿੰਘ ਸਿੱਧੂ ਦਾ ਵੀ ਕਾਂਗਰਸ ਦੇ ਅੰਦਰ ਪ੍ਰਧਾਨ ਬਣਨਾ ਆਪ ਦੇ ਅੰਦਰ ਉਸ ਗੱਲ ਦੀ ਵੀ, ਆਪ ਜਿੰਨੀ ਮਰਜ਼ੀ ਕਹੇ, ਆਪ ਦੇ ਅੰਦਰ ਉਸ ਗੱਲ ਦੀ ਖਲਬਲੀ ਹੈ। ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪ੍ਰਧਾਨ ਬਣੇ ਨੇ, ਜਿਹੜਾ ਯੂਥ ਆ ਖਾਸ ਤੌਰ ਦੇ ਉੱਤੇ, ਉਹ ਕਾਂਗਰਸੀ ਕਹਿੰਦੇ ਨੇ ਇੰਗੇਜ ਹੋਇਆ ਸਾਡਾ, ਤੇ ਅਲਟੀਮੇਟਲੀ ਗੇਮ ਬਹੁਤ ਸਾਰੀ ਯੂਥ ਦੀ ਵੀ ਹੈ ਚੋਣਾਂ ਦੇ ਅੰਦਰ, ਔਰ ਯੂਥ ਨੂੰ ਵਿਚਾਰੇ ਨੂੰ ਵਰਤਿਆ ਜਾਂਦਾ, ਮੁੱਦਿਆਂ ਦੀ ਰਾਜਨੀਤੀ ਛੱਡ ਦਿੱਤੀ ਜਾਂਦੀ ਹੈ। ਯੂਥ ਦੇ ਨਾਂ ਦੇ ਉੱਤੇ, ਪਾਪੂਲਿਜ਼ਮ ਦੇ ਨਾਂ ਦੇ ਉੱਤੇ ਬਹੁਤ ਸਾਰੀ ਪੋਲੀਟਿਕਸ ਹੁੰਦੀ। ਹੁਣ ਮੁਫਤ ਸਕੀਮਾਂ, ਜਿਵੇਂ ਸਾਰੇ ਕੇਜਰੀਵਾਲ 300, ਸੁਖਬੀਰ 400, ਕੈਪਟਨ ਕੱਲ੍ਹ ਨੂੰ 500 ਕਰ ਦੇਣਗੇ, ਬੀਜੇਪੀ 700 ਕਰ ਦੂ। ਪਹਿਲਾਂ ਵਾਲੀਆਂ ਚਾਹ ਪੱਤੀਆਂ ਜਿਹੜੀਆਂ ਖੰਡ ਚਾਹ ਪੱਤੀ, ਉਹ ਅਜੇ ਆਈ ਨਹੀਂ ਲੋਕਾਂ ਕੋਲ, ਜਿਹੜੀਆਂ ਮੈਨੀਫੈਸਟੋ 'ਚ ਕਿੰਨਾ ਕੁਝ ਕਿਹਾ ਸੀਗਾ। ਅਕਾਲੀ ਦਲ ਦਾ ਕੱਢ ਕੇ ਦੇਖ ਲਓ, ਕਾਂਗਰਸ ਦਾ ਕੱਢ ਕੇ ਦੇਖ ਲਓ, ਮੈਨੀਫੈਸਟੋ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਮੰਗ ਹੁੰਦੀ ਹੈ। ਇਸ ਕਰਕੇ ਹੁਣ ਉਹ ਬਹੁਤ ਸਾਰਾ ਕੁਝ ਹੋਏਗਾ। ਤਾਂ ਮੇਨ ਮਸਲਾ ਇਹੀ ਹੈ ਕਿ ਆਪ ਕੀ ਉਹ ਪਰਸੈਪਸ਼ਨ ਦੀ ਲੜਾਈ ਹੈ ਜਿਹੜੀ, ਜਾਂ ਜਿਹੜੇ ਆਪ ਦੀ ਜਿਹੜੀ ਉਹ ਸੀ। ਇੱਕ ਜਿਹੜੀ ਗੱਲ ਆਪ ਦੇ ਬਾਰੇ ਬਾਰ-ਬਾਰ ਆਪ ਬੜਾ ਡਰ ਰਹੀ ਹੈ ਕਿ ਜੀ ਪਿਛਲੀ ਵਾਰ ਹਾਰਡਲਾਈਨਰ ਆ ਗਏ ਸਾਡੇ ਕੋਲੇ, ਹਿੰਦੂ ਸਾਡੇ ਤੋਂ ਦੂਰ ਹੋ ਗਿਆ। ਕੀ ਆਪ ਨੂੰ ਸਿੱਖ ਪੂਰਾ ਪਿਆ ਪੋਲਰਾਈਜ਼ ਹੋ ਕੇ? ਨਹੀਂ ਪਿਆ। ਕੀ ਕਦੇ ਹਿੰਦੂ ਪੂਰਾ ਪੋਲਰਾਈਜ਼ ਹੋ ਕੇ ਇੱਕੋ ਨੂੰ ਪੈ ਜਾਂਦਾ? ਇਹ ਵੀ ਜਿਹੜੀ ਆਪ ਦੀ ਪਰਸੈਪਸ਼ਨ ਆ ਨਾ ਕਿ ਸ਼ਾਇਦ ਇਸ ਤਰ੍ਹਾਂ ਹੋ ਜਾਏਗਾ ਤਾਂ ਇਸ ਤਰ੍ਹਾਂ। ਸਿੱਖਾਂ ਦੇ ਅੰਦਰ ਵੀ ਵੱਖ-ਵੱਖ ਤਰ੍ਹਾਂ ਦੀ ਰਾਜਨੀਤੀ ਹੈਗੀ, ਤਾਂ ਉਹਦੇ 'ਚ ਇਹ ਨਹੀਂ ਹੈਗਾ ਕਿ ਸਾਰੇ ਸਿੱਖ ਹੀ ਇੱਕ ਥਾਂ ਦੇ ਉੱਤੇ ਪੋਲਰਾਈਜ਼ ਹੋ ਜਾਣਗੇ, ਜਾਂ ਸਾਰੇ ਹਿੰਦੂ ਇੱਕ ਥਾਂ 'ਤੇ, ਜਾਂ ਸਾਰੇ ਦਲਿਤ ਇੱਕ ਥਾਂ 'ਤੇ ਪੋਲਰਾਈਜ਼ ਹੋ ਜਾਣਗੇ। ਪਰ ਕੋਸ਼ਿਸ਼ ਕਰਦੀਆਂ ਨੇ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ। ਪਰ ਜਿਹੜੀ ਇਹ ਪਰਸੈਪਸ਼ਨ ਵੀ ਹੈਗੀ ਕਿ ਸ਼ਾਇਦ, ਤਾਂ ਦੂਜੇ ਉਲਟਾ ਸਵਾਲ, ਕਦੇ ਆਪਨੇ ਸੋਚਿਆ ਕਿ ਫਿਰ ਸਿੱਖ ਕੀ ਪੂਰੇ ਪੋਲਰਾਈਜ਼ ਹੋ ਕੇ ਪੈ ਗਏ? ਨਹੀਂ ਪਏ। ਇਸ ਕਰਕੇ ਉਹ ਜਿਹੜੀ ਗੇਮ ਆ, ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਐਨਾਲਿਸਿਸ ਕਰਦੇ ਹੋ, ਵਿਸ਼ਲੇਸ਼ਣ ਕਰਦੇ ਹੋ ਆਪਣੀਆਂ ਪਾਰਟੀਆਂ ਬਾਰੇ, ਅਕਾਲੀ ਦਲ ਆਪਣੀ ਵਾਰੀ ਕਰਦਾ, ਕਾਂਗਰਸ ਆਪਣੀ ਵਾਰੀ, ਤਾਂ ਉਹਦੇ ਬਾਰੇ ਤੁਹਾਡੀ ਸਮਝ ਕਿੰਨੀ ਗਹਿਰੀ ਹੈਗੀ,
ਉਹਦੇ ਬਾਰੇ ਕਿੰਨੇ ਡੂੰਘੇ ਐਨਾਲਿਸਿਸ ਕਰਦੇ ਹੋ ਤੁਸੀਂ, ਕਿੰਨੇ ਇਮਾਨਦਾਰੀ ਨਾਲ ਕਰਦੇ ਹੋ। ਬੰਦਾ ਕਈ ਵਾਰ ਆਪਣੇ ਆਪ ਨਾਲ ਵੀ ਇਮਾਨਦਾਰ ਨਹੀਂ ਹੁੰਦਾ, ਆਪਣੇ ਆਪ ਨੂੰ ਝੂਠ ਬੋਲਣ ਲੱਗ ਜਾਂਦਾ, ਨਹੀਂ ਜਿਹੜੀ ਉਹ ਗੱਲ ਨੂੰ ਠੀਕ ਨਹੀਂ ਲੱਗਦੀ ਹੁੰਦੀ, ਕਈ ਵਾਰ ਆਪਣੇ ਆਪ ਨੂੰ ਵੀ ਝੂਠ ਬੋਲ ਦਿੰਦਾ। ਵੈਸੇ ਕਿਹਾ ਜਾਂਦਾ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਝੂਠ ਬੋਲਦਾ, ਫਿਰ ਬਾਕੀਆਂ ਨੂੰ ਬੋਲਦਾ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਸਾਰੀਆਂ ਪਾਰਟੀਆਂ ਦੇ ਉੱਤੇ ਢੁਕਦਾ ਕਿ ਉਹ ਇਮਾਨਦਾਰ ਐਨਾਲਿਸਿਸ ਜਿਹੜਾ ਪਿਛਲਾ ਗਾ ਉਹ ਕਿੰਨੀ ਇਮਾਨਦਾਰੀ ਦੇ ਨਾਲ ਹੁੰਦਾ, ਔਰ ਕਿੰਨੀ ਇਮਾਨਦਾਰੀ ਦੇ ਨਾਲ ਉਹ ਫੀਡਬੈਕ ਨੂੰ ਸੁਣਿਆ ਜਾਂਦੀਆਂ ਨੇ ਵੱਖ-ਵੱਖ ਪਾਰਟੀਆਂ, ਉਹਦੇ ਤੋਂ ਅਗਲੀ ਰਾਜਨੀਤੀ ਤੈਅ ਹੁੰਦੀ ਹੈ। ਜੇ ਮੈਂ ਕਿਉਂ ਕਿਹਾ 2017 ਤੇ 19 ਦਾ ਅੰਕੜਾ, ਇਹਦਾ ਅੰਕੜਾ ਜਸਟ, ਪਰ ਇਹ ਨੰਬਰ ਆਪਣੇ ਆਪ 'ਚ ਸਭ ਕੁਝ ਕਹਿੰਦੇ ਨੇ। ਤਾਂ ਇਹਨਾਂ ਨੰਬਰਾਂ ਦੇ ਉੱਤੇ ਜਦੋਂ ਤੱਕ ਇਮਾਨਦਾਰੀ ਨਾਲ ਹਰ ਪਾਰਟੀ ਇੱਕ ਐਨਾਲਿਸਿਸ ਕਰਕੇ ਅੱਗੇ ਨਹੀਂ ਵਧੇਗੀ, ਉਦੋਂ ਤੱਕ ਉਹਦਾ ਸੱਤਾ ਦੇ ਨੇੜੇ ਹੋਣਾ ਔਰ ਮੁੱਦਿਆਂ ਦੇ ਪ੍ਰਤੀ ਵੀ ਇਮਾਨਦਾਰ ਰਹਿਣਾ, ਜਿਹੜਾ ਮੈਂ ਕਹਿੰਦਾ ਲੀਗਲ ਡਾਕੂਮੈਂਟ ਬਣੇ, ਮੈਨੀਫੈਸਟੋ, ਔਰ ਜਿਹੜੇ ਮੁੱਦੇ ਹੁਣ ਇਮਾਨਦਾਰੀ ਨਾਲ ਕਹੇ ਜਾਣ ਔਰ ਮੁੱਦਿਆਂ ਦੀ ਰਾਜਨੀਤੀ ਹੋਵੇ। ਜੇ ਬੀਜੇਪੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਬੀਜੇਪੀ ਦੇ ਵਿਰੋਧ ਬਹੁਤ ਹੋ ਰਹੇ ਨੇ। 22 ਦੀਆਂ ਚੋਣਾਂ 'ਚ ਬੀਜੇਪੀ ਨੂੰ ਕੁਝ ਹਾਸਿਲ ਹੋਏਗਾ? ਦੇਖੋ, ਬੀਜੇਪੀ ਬਹੁਤ ਇਸ ਟਾਈਮ ਛੋਟੀ ਪਾਰਟੀ ਹੈ, ਬੀਜੇਪੀ ਨੂੰ ਵੀ ਪਤਾ ਹੈ। ਇਹ ਨਹੀਂ ਹੈ ਕਿ ਬੀਜੇਪੀ ਸੀਟਾਂ ਨਹੀਂ ਲੈ ਕੇ ਜਾਈ, ਮੈਂ ਪਹਿਲਾਂ ਵੀ ਕਿਹਾ ਐ ਕੋਈ ਪਾਰਟੀ ਬਿਲਕੁਲ ਹੀ ਸਾਫ਼ ਨਹੀਂ ਹੁੰਦੀ, ਬੀਜੇਪੀ ਦੀਆਂ ਵੀ ਕੁਝ ਸੀਟਾਂ ਆ ਸਕਦੀਆਂ ਨੇ। ਪਰ ਬੀਜੇਪੀ ਨੂੰ ਸਭ ਤੋਂ ਵੱਡਾ ਨੁਕਸਾਨ ਬੀਜੇਪੀ ਦੇ ਆਪਣੇ ਲੀਡਰ ਛੱਡ ਰਹੇ ਨੇ, ਨਵੇਂ ਜਿਹੜੇ ਆ ਰਹੇ ਉਹਨਾਂ ਦਾ ਵਿਰੋਧ ਹੋ ਰਿਹਾ, ਕਿਸਾਨੀ ਮਸਲਾ ਸਿਰ ਤੇ ਖੜਾ। ਇਹ ਬੀਜੇਪੀ ਵੀ ਐ ਨਹੀਂ ਹੈ, ਤੁਸੀਂ ਮੈਨੂੰ ਦੱਸੋ ਕਿ ਸਾਰੇ ਸਿੱਖ ਟਕਸਾਲ ਦੇ ਨਾਲ ਨੇ, ਕਿ ਸਾਰੇ ਸਿੱਖ ਕਿਸੇ ਇੱਕ ਸੰਪਰਦਾ ਦੇ ਨਾਲ ਨੇ, ਇਸੇ ਤਰ੍ਹਾਂ ਕਿ ਸਾਰੇ ਹਿੰਦੂ ਆਰਐਸਐਸ ਦੇ ਨਾਲ ਨੇ? ਨਹੀਂ ਆ ਨਾ। ਕਿ ਸਾਰੇ ਮੁਸਲਮਾਨ ਮੁਸਲਿਮ ਲੀਗ ਦੇ ਨਾਲ ਸੀ? ਨਹੀਂ ਸੀ। ਇਸ ਕਰਕੇ ਇਹ ਨਹੀਂ ਹੁੰਦਾ ਗਾ ਜਿਹੜਾ ਇਹ ਕਿਹਾ ਜਾਂਦਾ ਵੀ ਪੋਲਰਾਈਜ਼ ਹੈ ਬੀਜੇਪੀ ਕਰ ਲਏਗੀ ਸਾਰੇ ਹਿੰਦੂ ਨੂੰ। ਉਹ ਠੀਕ ਹੈਗਾ, ਹਿੰਦੂਆਂ ਦੇ ਅੰਦਰ ਮੋਦੀ ਇੱਕ ਵੱਡਾ ਚਿਹਰਾ ਨੇ, ਲੀਡਰ ਦੇ ਤੌਰ ਤੇ ਉਹਨਾਂ ਨੂੰ ਪ੍ਰੈਸ ਕਰਦੇ ਨੇ, ਪਰ ਕੇਜਰੀਵਾਲ ਵੀ ਹਿੰਦੂ ਲੀਡਰ ਨੇ, ਅਕਾਲੀ ਦਲ ਕੋਲੇ ਵੀ ਹਿੰਦੂ ਲੀਡਰ ਨੇ, ਕਾਂਗਰਸ ਕੋਲੇ ਵੀ ਹਿੰਦੂ ਲੀਡਰ ਨੇ। ਇਸ ਕਰਕੇ ਐ ਪੋਲਰਾਈਜ਼ ਨਹੀਂ ਹੁੰਦੀ ਰਾਜਨੀਤੀ। ਪਰ ਇਹਦੇ 'ਚ ਨੋ ਡਾਊਟ ਬੀਜੇਪੀ ਕੋਲ ਦਾ ਸਟੇਕ, ਕਿਉਂਕਿ ਬੀਜੇਪੀ ਬਹੁਤ ਛੋਟੀ ਪਾਰਟੀ ਹੈ। ਬੀਜੇਪੀ 23 ਸੀਟਾਂ 'ਤੇ ਲੜਦੀ ਸੀ ਨਾ, ਦੇਸ਼ 'ਚ ਉਹਦਾ ਹੋਊਗਾ, ਪਰ ਪੰਜਾਬ ਦੇ ਅੰਦਰ ਕੋਈ ਉਹਦਾ ਐਡਾ ਸਟੇਕ ਆ ਨਹੀਂ ਹੈਗਾ। ਤਾਂ ਬੀਜੇਪੀ ਦੇ ਅਲਾਈਅੰਸ ਕੀ ਹੁੰਦੇ ਨੇ, ਜਾਂ ਬੀਜੇਪੀ ਕਿਸ ਤਰੀਕੇ ਦੇ ਨਾਲ ਆਪਣੇ ਰਾਜਨੀਤਿਕ ਪੱਤੇ ਖੋਲ੍ਹਦੀ ਹੈ, ਜਾਂ ਬੀਜੇਪੀ ਮੰਨ ਲਓ ਕਿਸਾਨ ਅੰਦੋਲਨ ਦਾ ਸਮਝੌਤਾ ਕਰਕੇ ਪੰਜਾਬ 'ਚ ਆਉਂਦੀ ਹੈ, ਤਾਂ ਹੋਰ ਤਰ੍ਹਾਂ ਦੀ ਪਰਸੈਪਸ਼ਨ ਹੋਏਗੀ ਬੀਜੇਪੀ। ਪਰ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ ਤੇ ਬੀਜੇਪੀ ਚੋਣ ਲੜੇ ਪਿੰਡਾਂ 'ਚੋਂ, ਤਾਂ ਬਿਲਕੁਲ ਹੀ, ਕਿਉਂਕਿ ਪੰਜਾਬ ਦੇ ਅੰਦਰ ਕਿੱਡੀ ਵੱਡੀ ਆਬਾਦੀ ਪਿੰਡਾਂ 'ਚ ਰਹਿੰਦੀ ਹੈ। ਤੇ ਗੱਲ ਇਕੱਲੀ ਕਿਸਾਨੀ ਦੀ ਨਹੀਂ ਆ, ਪਿੰਡਾਂ ਦੇ ਅੰਦਰ ਪੂਰਾ ਮਾਹੌਲ ਬਦਲ ਜਾਂਦਾ। ਇੱਕ ਮਾਹੌਲ ਹੁੰਦਾ, ਰਾਜਨੀਤੀ ਮਾਹੌਲ ਦੀ ਹੁੰਦੀ ਹੈ। ਕੌਣ ਮਾਹੌਲ ਬਣਾ ਜਾਂਦਾ, ਕੌਣ ਹਵਾ ਬਣਾ ਜਾਂਦਾ, ਜਿਹੜਾ ਕਹਿੰਦਾ ਕਿਹਦੀ ਹਵਾ ਚੱਲਦੀ ਹੈ ਚੋਣਾਂ ਵੇਲੇ ਕਿਹਾ ਜਾਂਦਾ। ਉਹ ਹਵਾ ਜਿਹੜੀ ਹੁੰਦੀ ਹੈ ਉਹ ਰਾਜਨੀਤਿਕ ਹਵਾ ਹੁੰਦੀ ਹੈ, ਮਾਹੌਲ ਹੁੰਦਾ। ਉਹ ਮਾਹੌਲ ਕਿਵੇਂ ਬਦਲੇਗਾ, ਕਿਵੇਂ ਬਣੇਗਾ, ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੈਅ ਹੁੰਦੀਆਂ ਨੇ। ਤਾਂ ਬੀਜੇਪੀ ਦੇ ਲਈ ਕੋਈ ਸੌਖਾ ਨਹੀਂ ਹੈ, ਬੀਜੇਪੀ ਲਈ ਬਹੁਤ ਮੁਸ਼ਕਲ ਹੈ, ਪਰ ਬੀਜੇਪੀ ਵੀ ਆਪਣਾ ਸਾਰਾ ਜ਼ੋਰ ਲਾਏਗੀ। ਲੋਕਤੰਤਰ ਦੇ ਅੰਦਰ ਸਭ ਦਾ ਹੱਕ ਹੈਗਾ। ਰਵਾਇਤੀ ਪਾਰਟੀਆਂ ਦੀ ਤਾਂ ਆਪਾਂ ਗੱਲ ਕਰ ਰਹੇ ਸੀ, ਪਰ ਜੇ ਕੋਈ ਕਿਸਾਨ ਇਸ ਤਰ੍ਹਾਂ ਦੀ ਰਾਜਨੀਤੀ ਚਾਹੁੰਦੇ ਆ, ਕੋਈ ਨਵੀਂ ਜਥੇਬੰਦੀ ਬਣਦੀ ਆ, ਉਹਦੇ ਨਾਲ ਕੁਝ ਨਵਾਂ ਹੋਏਗਾ ਸਿਆਸਤ 'ਚ? ਦੇਖੋ, ਰਵਾਇਤੀ ਰਾਜਨੀਤੀ ਤਾਂ ਚੱਲਦੀ ਹੀ ਚੱਲਦੀ ਹੈ, ਪਰ ਰਵਾਇਤੀ ਰਾਜਨੀਤੀ ਕਦੋਂ ਟੁੱਟਦੀ ਹੈਗੀ? ਰਵਾਇਤੀ ਜਦੋਂ ਕਹਿ ਜਾਂਦਾ ਵੀ ਪੈਸਾ ਖਰਚ ਦੋ ਚੋਣਾਂ ਜਿੱਤ ਜਾਓਗੇ। ਜਿਵੇਂ ਆਪਾਂ ਇੱਕ ਸਵਾਲ ਕਰੋ ਕਿ ਜਦੋਂ 4 ਆਮ ਆਦਮੀ ਪਾਰਟੀ ਦੇ ਜਿੱਤੇ, ਕਿ ਉਦੋਂ ਪੈਸਾ ਖਰਚਿਆ ਸੀ ਉਹਨਾਂ ਨੇ? ਨਹੀਂ ਖਰਚਿਆ। ਜਦੋਂ ਮਾਹੌਲ ਹੁੰਦਾ ਉਦੋਂ ਕਾਸੇ ਦੀ ਲੋੜ ਨਹੀਂ ਪੈਂਦੀ। ਪਰ ਲੋਕਾਂ ਨੂੰ ਇੱਕ ਵਿਸ਼ਵਾਸ ਸੀ ਕਿ ਨਵਾਂ ਆਈਡੀਆ, ਕਿ ਉਹ ਨਵੇਂ ਆਈਡੀਏ ਦੇ ਉੱਤੇ ਖੜੀਆਂ ਨੇ ਚੀਜ਼ਾਂ। ਇਹ ਜਿਹੜੀ ਚੀਜ਼ ਆ, ਤਾਂ ਮੈਨੂੰ ਲੱਗਦਾ ਗਾ ਕਿ ਇਹ ਚੀਜ਼ ਬੜੀ ਆਪਣੇ ਆਪ ਦੇ ਅੰਦਰ ਇੰਪੋਰਟੈਂਟ ਆ ਕਿ ਨਵੇਂ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਕਿਸ ਤਰ੍ਹਾਂ ਔਰ ਕਿੱਧਰ ਨੂੰ ਜਾਏਗੀ। ਜਿਵੇਂ ਚੜੂਨੀ ਕਾਫੀ ਸਰਗਰਮ ਨਜ਼ਰ ਆ ਰਹੇ ਨੇ, ਸਭ ਤੋਂ ਜ਼ਿਆਦਾ ਚੜੂਨੀ ਸਰਗਰਮ ਨੇ। ਤੇ ਚੜੂਨੀ ਪੰਜਾਬ 'ਚ ਰਾਜਨੀਤੀ ਕਿਉਂ ਨਹੀਂ ਕਰ ਸਕਦੇ? ਹੋ ਸਕਦਾ ਕਰ ਲੈਣ, ਹੋ ਸਕਦਾ ਚੜੂਨੀ ਹੀ ਚਿਹਰਾ ਹੋਣ ਕਿਸੇ ਨਵੀਂ ਪਾਰਟੀ ਦਾ। ਜੇ ਚੜੂਨੀ ਕਿਸੇ ਪਾਰਟੀ ਦਾ ਚਿਹਰਾ ਬਣਦੇ ਆ, ਉਹ ਜਾਂਦੇ ਆ 10 ਸੀਟਾਂ 20 ਸੀਟਾਂ 30 ਸੀਟਾਂ 'ਤੇ ਵੀ ਪ੍ਰਭਾਵ ਆਪਣਾ ਬਿਲਡ ਕਰ ਲੈਂਦੇ ਆ, ਤਾਂ ਰਾਜਨੀਤੀ ਕਿਸੇ ਹੋਰ ਪਾਸੇ ਨੂੰ ਜਾ ਸਕਦੀ। ਹਾਲਾਂਕਿ ਚੜੂਨੀ ਕਹਿੰਦੇ ਮੈਂ ਗੱਲ ਕਰਦਾ, ਮੈਂ ਕੋਈ ਚੋਣ ਨਹੀਂ ਲੜਨੀ, ਪਰ ਮੈਂ ਗੱਲ ਕਰ ਰਿਹਾ। ਇਸ ਕਰਕੇ ਕਿਸਾਨੀ ਅੰਦੋਲਨ ਹੀ ਨਹੀਂ, ਅਲਟਰਨੇਟਿਵ ਪੋਲੀਟਿਕਸ ਜਿਹੜੀ ਵੀ ਹੁੰਦੀ ਆ, ਬਦਲਵੀਂ ਰਾਜਨੀਤੀ ਜਿਹੜੀ ਵੀ ਆ, ਰਵਾਇਤੀ ਪਾਰਟੀਆਂ ਤੋਂ ਬਦਲਵੀਂ, ਕਿਉਂਕਿ ਆਪ ਵੀ ਹੁਣ ਰਵਾਇਤੀ 'ਚ ਸ਼ਾਮਲ ਹੈ। ਬਦਲਵੀਂ ਰਾਜਨੀਤੀ ਦਾ ਧੁਰਾ ਕੌਣ ਹੋਏਗਾ? ਤੇ ਇਹੋ ਜਿਹਾ ਨਹੀਂ ਹੈ ਕਿ ਉਹਦਾ ਸਪੇਸ ਪੰਜਾਬ 'ਚ ਨਹੀਂ ਹੈਗਾ। ਪੰਜਾਬ 'ਚ ਹਮੇਸ਼ਾ ਹੀ ਸਪੇਸ ਰਿਹਾ ਗਾ। ਪੰਜਾਬ ਦੀ ਤੁਸੀਂ ਪੋਲੀਟੀਕਲ ਹਿਸਟਰੀ ਕੱਢ ਕੇ ਦੇਖੋ, ਪੰਜਾਬ 'ਚ ਬਦਲਵੀਂ ਰਾਜਨੀਤੀ ਦਾ ਹਮੇਸ਼ਾ ਸਪੇਸ ਰਿਹਾ। ਪੰਜਾਬੀ ਤੀਜੇ ਬਦਲ ਨੂੰ, ਚੌਥੇ ਬਦਲ ਨੂੰ ਹਮੇਸ਼ਾ ਲੱਭਦੇ ਰਹੇ ਨੇ, ਨਵਿਆਂ ਨੂੰ ਹਮੇਸ਼ਾ ਨਵੀਆਂ ਚੀਜ਼ਾਂ ਨੂੰ ਪੰਜਾਬੀਆਂ ਦਾ ਸੁਭਾਅ ਬਹੁਤ ਟਿਕਾ ਕੇ ਰਿਸਪੌਂਡ ਕਰਦੇ ਨੇ। ਕੋਈ ਵੀ ਨਵੀਂ ਚੀਜ਼ ਹੋਵੇ, ਨਵੇਂ ਅੰਗਰੇਜ਼ੀ ਸਕੂਲ ਆਏ, ਪੰਜਾਬੀਆਂ ਨੇ ਬਹੁਤ ਜ਼ਿਆਦਾ ਰਿਸਪੌਂਡ, ਪੂਰੇ ਦੇਸ਼ 'ਚੋਂ ਸਭ ਤੋਂ ਜ਼ਿਆਦਾ ਇਹਨਾਂ ਨੇ ਆਪਦੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਲਾਏ। ਹਰ ਨਵੀਂ ਚੀਜ਼ ਨੂੰ ਬਹੁਤ ਛੇਤੀ ਰਿਸਪੌਂਡ ਕਰਦਾ ਪੰਜਾਬੀ। ਇਸ ਕਰਕੇ ਉਹ ਨਵੀਂ ਚੀਜ਼ ਕੀ ਹੋਏਗੀ, ਉਹ ਕਿੰਨੀ ਪਾਏਦਾਰ ਹੋਏਗੀ, ਕਿੰਨਾ ਉਹ ਜ਼ਮੀਨ 'ਤੇ ਹੋਏਗੀ, ਕਿੰਨੀ
ਉਹਦੀ ਸਟਰੈਂਥ ਹੋਏਗੀ, ਕੌਣ ਉਹਦੇ ਚਿਹਰੇ ਹੋਣਗੇ, ਇਹਦੇ ਨਾਲ ਜੇ ਉਹ ਬਣ ਜਾਂਦੀ ਆ ਤਾਂ ਉਹਦਾ ਪ੍ਰਭਾਵ ਸਾਰੀਆਂ ਪਾਰਟੀਆਂ ਤੇ ਪਏਗਾ। ਕਾਂਗਰਸ ਤੇ ਵੀ ਪਏਗਾ, ਅਕਾਲੀ ਦਲ ਤੇ ਵੀ ਪਏਗਾ, ਆਪ ਤੇ ਵੀ ਪਏਗਾ, ਬੀਜੇਪੀ ਤੇ ਤਾਂ ਪੈਣਾ ਹੀ ਪੈਣਾ। ਇਸ ਕਰਕੇ ਉਹ ਨਵੀਂ ਪਾਰਟੀ ਜੇ ਬਣਦੀ ਹੈ ਤਾਂ ਉਹ ਵੀ ਇੱਕ ਨਵੇਂ ਤਰ੍ਹਾਂ ਦੀ, ਉਹ ਇਕੱਲਾ ਇਹ ਨਹੀਂਗਾ ਕਿ ਜੇ ਅਗਰ ਉਹ ਮੰਚ ਤੇ ਵੀ ਇਕੱਠੇ ਹੋ ਸਕਦਾ, ਜਿਵੇਂ ਬਹੁਤ ਸਾਰੀਆਂ ਧਿਰਾਂ ਹੁਣ ਆਈਆਂ ਨੇ ਪੰਜਾਬ, ਲੋਕ ਅਧਿਕਾਰ ਲਹਿਰ ਆ, ਹੋਰ ਹੈ, ਇਹ ਸਾਰੀਆਂ ਧਿਰਾਂ ਕੀ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਨੇ, ਤਾਂ ਇਹਦੇ ਨਾਲ ਵੀ ਬਹੁਤ ਸਾਰਾ ਕੁਝ ਤੈਅ ਹੋਏਗਾ। ਰਾਜਨੀਤੀ 'ਚ 6 ਮਹੀਨੇ ਦਾ ਸਮਾਂ ਕੁਝ ਵੀ ਨਹੀਂ ਹੁੰਦਾ। 2022 ਬਹੁਤ ਨਜ਼ਦੀਕ ਹੈ। ਦੇਖਦੇ ਹਾਂ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾਏਗੀ।